रेडियो मिर्ची 1310 प्रोग्राम कुछ आज या कुछ भारतीय दे नाल मैं संदीप कौर तुहाडे सारिਆਂ ਦੇ ਨਾਲ ਆ ਤੇ ਇਹ प्रोग्राम ਤੁਸੀਂ ਸੁਣਦੇ ਹੋ हर एतवार तो शुक्रवार शाम 7 बजे से 9 बजे तक और बिल्कुल जी इस प्रोग्राम 'ਚ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਰੂਬਰੂ ਵੀ ਤੁਹਾਨੂੰ ਕਰਵਾਉਂਦੇ ਹੁੰਦੇ ਆ ਵੱਖ-ਵੱਖ ਵਿਸ਼ਿਆਂ ਤੇ ਚਰਚਾ ਵੀ ਹੁੰਦੀ ਹੈ ਕਿਸੇ ਬੜਾ ਖੂਬ ਲਿਖਿਆ ਕਹਿੰਦੇ ਕਿ ਲਹਿਰ ਦੇ ਸਾਹਮਣੇ ਸਾਹਿਲ ਦੀ ਹਕੀਕਤ ਕੀ ਹੈ ਜਿਨ੍ਹਾਂ ਨੇ ਜੀਣਾ ਹੈ ਉਹ ਹਾਲਾਤ ਤੋਂ ਡਰਦੇ ਕਦੋਂ ਨੇ ਹਾਂਜੀ ਤੇ ਕੁਝ ਅਜਿਹੇ ਲੋਕ ਨੇ ਜੋ ਸਾਨੂੰ ਜੀਣਾ ਸਿਖਾ ਦਿੰਦੇ ਨੇ ਹਰ ਹਾਲਾਤ ਦੇ ਵਿੱਚ ਸਾਡੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਨੇ ਔਰ ਸਾਡੇ ਅੱਜ ਦੇ ਮਹਿਮਾਨ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਡਾਕਟਰ ਜਤਿੰਦਰ ਕੌਰ ਗੁਲਾਟੀ ਜੀ ਜਿਨ੍ਹਾਂ ਦੇ ਬਾਰੇ ਮੈਂ ਦੱਸ ਦਿਆਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਕਾਲਜ ਆਫ ਕਮਿਊਨਿਟੀ ਸਾਇੰਸ ਦੇ ਫਾਰਮਰ ਡੀਨ ਰਹਿ ਚੁੱਕੇ ਨੇ ਔਰ ਇਹਨਾਂ ਦੇ ਵੱਲੋਂ ਖਾਸ ਤੌਰ ਤੇ ਉੱਤੇ ਜਿਹੜੀ ਮੁੱਖ ਤੌਰ ਤੇ ਰਿਸਰਚ ਹੁੰਦੀ ਹੈ ਉਹ ਯੂਥ ਐਟ ਰਿਸਕ development of resilience, mental health issues, life skill development और gender issues ਤੇ migrant population ਤੇ media users ਤੇ psychosocial development ਦੇ ਉੱਤੇ ਇਹਨਾਂ ਦੀ ਖਾਸ ਤੌਰ ਤੇ ਉੱਤੇ ਜਿਹੜੀ ਗੱਲਬਾਤ ਹੈ ਉਹ ਹੁੰਦੀ ਹੈ ਰਿਸਰਚ ਜਿਹੜੀ ਹੈ ਉਹ ਕਰਦੇ ਨੇ ਔਰ ਨੈਸ਼ਨਲ ਇੰਟਰਨੈਸ਼ਨਲ ਤੌਰ ਦੇ ਉੱਤੇ ਵੀ ਇਹਨਾਂ ਨੇ ਆਪਣੇ ਵੱਖ-ਵੱਖ ਜਿਹੜੇ ਖੋਜ ਪੱਤਰ ਨੇ ਉਹ ਸਾਂਝੇ ਕੀਤੇ ਨੇ ਤੇ ਸਭ ਤੋਂ ਪਹਿਲਾਂ ਤਾਂ ਡਾਕਟਰ ਜਤਿੰਦਰ ਕੌਰ ਗੁਲਾਟੀ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਰੇਡੀਓ ਮਿਰਚੀ 1310 ਤੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੰਮ ਕੀਤਾ ਇਸ ਪੱਧਰ ਦੇ ਉੱਤੇ ਖਾਸ ਤੌਰ ਤੇ ਮੈਂਟਲ ਹੈਲਥ ਨੂੰ ਲੈ ਕੇ ਤੇ ਅੱਜ ਦੀ ਜੇ ਅਸੀਂ ਦੇਖੀਏ ਤਾਂ ਭੱਜ ਦੌੜ ਭਰੀ ਜਿਹੜੀ ਇਹ ਜ਼ਿੰਦਗੀ ਹੈ ਇਸ ਜ਼ਿੰਦਗੀ ਦੇ ਵਿੱਚ ਸਟ੍ਰੈਸ ਦਾ ਕੀ ਰੋਲ ਹੈ ਤੇ ਅਸੀਂ ਜੇ ਸਟ੍ਰੈਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਹੈ ਕੀ ਇਸਦੀ ਪਰਿਭਾਸ਼ਾ ਕੀ ਹੋਵੇਗੀ ਜੀ। ਸੰਦੀਪ ਜੀ ਸਤਿ ਸ਼੍ਰੀ ਅਕਾਲ ਅਤੇ ਬਹੁਤ-ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਭ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਣਾਅ ਕੀ ਹੈ ਜੀ? ਤਣਾਅ ਕੀ ਹੈ? ਤਣਾਅ ਨੂੰ ਅਸੀਂ ਇੱਕ ਸਿੰਪਲ ਲਫ਼ਜ਼ ਵਿੱਚ ਜੇ ਅਸੀਂ ਵਨ ਵਰਡ ਆਨਸਰ ਦਈਏ ਤਾਂ ਇਹ ਇੱਕ ਰਿਐਕਸ਼ਨ ਹੈ, ਪ੍ਰਤੀਕਿਰਿਆ ਹੈ। ਤਣਾਅ ਨੂੰ ਅਸੀਂ ਸਟ੍ਰੈਸ ਵੀ ਕਹਿੰਦੇ ਹਾਂ, ਆਮ ਲਫ਼ਜ਼ਾਂ ਵਿੱਚ ਸਟ੍ਰੈਸ ਵੀ ਕਿਹਾ ਜਾਂਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਉਤਾਰ ਚੜ੍ਹਾਅ ਆਉਂਦੇ ਹਨ। ਵੇਲੇ ਕੁ ਵੇਲੇ ਸਾਡੀ ਜ਼ਿੰਦਗੀ ਸਾਡੇ ਤੋਂ ਬਹੁਤ ਕੁਝ ਐਡਜਸਟਮੈਂਟਸ ਮੰਗਦੀ ਹੈ। ਕਈ ਵਾਰ ਬਹੁਤ ਤਬਦੀਲੀਆਂ ਆਉਂਦੀਆਂ ਹਨ ਜ਼ਿੰਦਗੀ 'ਚ ਔਰ ਜ਼ਿੰਦਗੀ ਸਾਡੇ 'ਤੇ ਕੁਝ ਦਬਾਅ ਪਾਉਂਦੀ ਹੈ। ਜਦੋਂ ਅਸੀਂ ਇਹਨਾਂ ਐਡਜਸਟਮੈਂਟਸ ਨੂੰ ਹੈਂਡਲ ਕਰਨ ਦੇ ਇਹਨਾਂ ਐਡਜਸਟਮੈਂਟਸ ਨੂੰ ਕਰਨ ਦੇ ਸਮਰੱਥ ਨਹੀਂ ਹੁੰਦੇ ਜਾਂ ਇਹਨਾਂ ਤਬਦੀਲੀਆਂ ਲਈ ਤਿਆਰ ਨਹੀਂ ਹੁੰਦੇ ਔਰ ਜਦੋਂ ਕੁਝ ਹਾਲਾਤ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਤਾਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਅਤੇ ਇਸ ਸਾਡੀ ਪਰੇਸ਼ਾਨੀ ਨੂੰ ਜਾਂ ਸਾਡੇ ਇਸ ਰਿਐਕਸ਼ਨ ਨੂੰ ਸਾਡੀ ਇਸ ਪ੍ਰਤੀਕਿਰਿਆ ਨੂੰ ਸਟ੍ਰੈਸ ਕਹਿੰਦੇ ਆ। ਔਰ ਸਟ੍ਰੈਸ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਔਰ ਇਹ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਨਵੇਂ ਜੰਮੇ ਬੱਚੇ ਵਿੱਚ ਵੀ ਸਟ੍ਰੈਸ ਹੁੰਦਾ ਹੈ। ਹਰ ਉਮਰ ਦੇ ਬੱਚੇ ਵਿੱਚ ਸਟ੍ਰੈਸ ਹੁੰਦਾ, ਹਰ ਉਮਰ ਦੇ ਇਨਸਾਨ ਦੀ ਹਰ ਉਮਰ ਵਿੱਚ ਸਟ੍ਰੈਸ ਹੁੰਦਾ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਨਵੇਂ ਜੰਮੇ ਬੱਚੇ ਨੂੰ ਕਿਉਂ ਸਟ੍ਰੈਸ ਹੋ ਸਕਦਾ ਹੈ। ਬਿਲਕੁਲ। ਪਰ ਹਾਂਜੀ ਬਿਲਕੁਲ ਜੀ ਇਹ ਸੱਚ ਹੈ ਕਿ ਨਵੇਂ ਜੰਮੇ ਬੱਚੇ ਨੂੰ ਵੀ ਸਟ੍ਰੈਸ ਹੁੰਦਾ ਹੈ ਕਿਉਂਕਿ ਜਦੋਂ ਬੱਚਾ ਆਪਣਾ ਮਾਂ ਦੇ ਪੇਟ ਤੋਂ ਬਾਹਰ ਆਉਂਦਾ ਹੈ ਹਾਂਜੀ ਤਾਂ ਮਾਂ ਦੇ ਪੇਟ ਦੇ ਅੰਦਰ ਦਾ ਮਾਹੌਲ ਤੇ ਬਾਹਰ ਦੇ ਮਾਹੌਲ ਵਿੱਚ ਬਹੁਤ ਫਰਕ ਹੁੰਦਾ ਹੈ ਜੀ। ਬੱਚੇ ਨੂੰ ਬਾਹਰ ਆ ਕੇ ਬਹੁਤ ਐਡਜਸਟਮੈਂਟਸ ਕਰਨੀਆਂ ਪੈਂਦੀਆਂ। ਉਸਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਖੁਰਾਕ ਲੈਣੀ ਜਿਹੜੀ ਸਿੱਖਣੀ ਪਏਗੀ। ਫਿਰ ਬਾਹਰ ਦਾ ਜਿਹੜਾ ਟੈਂਪਰੇਚਰ ਹੈ ਉਹ ਫਰਕ ਹੁੰਦਾ ਹੈ। ਕੋਈ ਵੀ ਉੱਚੀ ਆਵਾਜ਼ ਸੁਣ ਕੇ ਬੱਚਾ ਡਰ ਜਾਂਦਾ ਕਿ ਜਿਹੜੀਆਂ ਆਵਾਜ਼ਾਂ ਉਹਨੂੰ ਅੰਦਰ ਸੁਣਨ ਨੂੰ ਨਹੀਂ ਮਿਲਦੀਆਂ ਸੋ ਉਹਨੂੰ ਬਹੁਤ ਐਡਜਸਟਮੈਂਟਸ ਕਰਨੀਆਂ ਪੈਂਦੀਆਂ। ਇਸ ਕਰਕੇ ਨਵੇਂ ਜੰਮੇ ਬੱਚੇ ਨੂੰ ਵੀ ਸਟ੍ਰੈਸ ਹੁੰਦਾ ਔਰ ਹਰ ਇਨਕਮ ਗਰੁੱਪ ਦੇ ਵਿੱਚ ਅਮੀਰਾਂ ਨੂੰ ਵੀ ਸਟ੍ਰੈਸ ਹੈ, ਗਰੀਬਾਂ ਨੂੰ ਵੀ ਸਟ੍ਰੈਸ ਹੈ। ਇਹ ਫਰਕ ਹੈ ਕਿ ਅਮੀਰਾਂ ਔਰ ਗਰੀਬਾਂ ਦੇ ਜਿਹੜੇ ਸਟ੍ਰੈਸ ਦਾ ਕਾਰਨ ਔਰ ਟਾਈਪ ਫਰਕ ਹੋ ਸਕਦੀ ਹੈ ਪਰ ਸਟ੍ਰੈਸ ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਹੈ ਜੀ। ਸੋ ਸਟ੍ਰੈਸ ਤੁਸੀਂ ਦੱਸਿਆ ਕਿ ਹਰ ਇਨਸਾਨ ਦੇ ਵਿੱਚ ਹੈ ਔਰ ਹਰ ਇਨਸਾਨ ਆਪਣੇ ਨਾਲ ਸਟ੍ਰੈਸ ਲੈ ਕੇ ਚੱਲ ਰਿਹਾ ਹੈ ਪਰ ਜੇ ਅਸੀਂ ਮੁੱਖ ਤੌਰ ਤੇ ਇਸਦੇ ਕਾਰਨਾਂ ਦੇ ਵੱਲ ਚੱਲੀਏ ਕਿ ਕੀ ਕਾਰਨ ਹੋ ਸਕਦੇ ਨੇ ਸਟ੍ਰੈਸ ਹੋਣ ਦੇ ਹਰ ਉਮਰ ਦੇ ਵਿੱਚ? ਸਭ ਤੋਂ ਵੱਡੀ ਗੱਲ ਮੈਂ ਜੇ ਤੁਸੀਂ ਇਹਦਾ ਇੱਕ ਲਾਈਨ ਵਿੱਚ ਜਵਾਬ ਮੰਗੋਗੇ ਤਾਂ ਇਹ ਸਾਨੂੰ ਅਜੋਕੇ ਯੁੱਗ ਦੀ ਮਾਡਰਨ ਯੁੱਗ ਦੀ ਦੇਣ ਹੈ, ਮਾਡਰਨ ਲਾਈਫ ਦੀ ਦੇਣ ਹੈ। ਕੰਮ ਕਾਜ ਕਰਕੇ ਚਾਹੇ ਉਹ ਘਰ ਦਾ ਕੰਮ ਹੈ ਚਾਹੇ ਆਫਿਸ ਦਾ ਕੰਮ ਹੈ ਉਹਦੇ ਕਰਕੇ ਵੀ ਸਟ੍ਰੈਸ ਹੋ ਜਾਂਦਾ ਹੈ। ਜਦੋਂ ਅਸੀਂ ਟਾਈਮ ਸਿਰ ਕੰਮ ਨਹੀਂ ਕਰ ਸਕਦੇ ਜਾਂ ਅਸੀਂ ਆਪਣੀਆਂ ਐਕਸਪੈਕਟੇਸ਼ਨਸ
ਆਪਣੀਆਂ ਆਸਾਂ ਉਮੀਦਾਂ ਤੇ ਨਹੀਂ ਖਰੇ ਉਤਰਦੇ, ਅਸੀਂ ਦੂਸਰੇ ਦੀਆਂ ਆਸਾਂ ਉਮੀਦਾਂ ਤੇ ਨਹੀਂ ਖਰੇ ਉਤਰ ਸਕਦੇ, ਐਕਸਪੈਕਟੇਸ਼ਨਸ ਨਹੀਂ ਪੂਰੀਆਂ ਕਰ ਸਕਦੇ, ਤਾਂ ਵੀ ਸਟ੍ਰੈਸ ਹੋ ਜਾਂਦਾ ਹੈ। ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਜਿਹੜੀ ਆ ਉਹ ਸਾਨੂੰ ਬਹੁਤ ਸਟ੍ਰੈਸ ਦੇ ਜਾਂਦੀ ਹੈ। ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਈ ਦਾ ਸਟ੍ਰੈਸ ਹੁੰਦਾ ਹੈ। ਘਰ ਵਿੱਚ ਸਾਨੂੰ ਬਹੁਤ ਤਰ੍ਹਾਂ ਦੀਆਂ ਐਡਜਸਟਮੈਂਟਸ ਕਰਨੀਆਂ ਪੈਂਦੀਆਂ, ਔਰ ਰਿਸ਼ਤਿਆਂ ਵਿੱਚ ਜਿਹੜੀਆਂ ਐਡਜਸਟਮੈਂਟਸ ਨੂੰ ਲੈ ਕੇ ਅਕਸਰ ਸਟ੍ਰੈਸ ਹੋ ਜਾਂਦਾ ਹੈ। ਜਦੋਂ ਕੋਈ ਰਿਸ਼ਤੇ ਵਿੱਚ ਤੇੜ ਪੈਂਦੀ ਹੈ ਜਾਂ ਤੇੜ ਪੈਂਦੀ ਨਜ਼ਰ ਆਉਂਦੀ ਹੈ ਤਾਂ ਸਾਨੂੰ ਸਟ੍ਰੈਸ ਹੋ ਜਾਂਦਾ ਹੈ। ਔਰ ਪੈਸੇ ਦੀ ਜਿਹੜੀ ਕਮੀ ਹੈ ਉਹ ਸਟ੍ਰੈਸ ਦਾ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਜਦੋਂ ਜਿਹੜੇ ਲੋਕਾਂ ਕੋਲ ਪੈਸੇ ਦੀ ਕਮੀ ਹੈ, ਜਦੋਂ ਬਿੱਲ ਦੇਣੇ ਹੁੰਦੇ ਹੈ, ਬੱਚਿਆਂ ਦੀਆਂ ਫੀਸਾਂ ਦੇਣੀਆਂ ਹੁੰਦੀਆਂ, ਪਰ ਉਹ ਵੇਲੇ ਸਿਰ ਨਹੀਂ ਭੁਗਤਾਨ ਕਰ ਸਕਦੇ, ਤਾਂ ਉਸ ਦਾ ਇੱਕ ਬਹੁਤ ਵੱਡਾ ਸਟ੍ਰੈਸ ਜਿਹੜਾ ਇਸ ਆਰਥਿਕ ਜਿਹੜਾ ਸੰਕਟ ਹੈ ਉਹ ਸਟ੍ਰੈਸ ਦਾ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ। ਔਰ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਆਉਂਦੀਆਂ ਹਨ ਜਿਹੜੀਆਂ ਸਾਨੂੰ ਸਟ੍ਰੈਸ ਦੇ ਕੇ ਚਲੀਆਂ ਜਾਂਦੀਆਂ ਹਨ, ਸਾਨੂੰ ਡਿਪਰੈਸ਼ਨ ਦੇ ਕੇ ਚਲੀਆਂ ਜਾਂਦੀਆਂ ਹਨ। ਜਿਵੇਂ ਕਿ ਹੁਣੇ ਲੋਕਡਾਊਨ ਹੋਇਆ COVID-19 ਦੌਰਾਨ, ਕਰੋਨਾ ਕਾਲ ਦੌਰਾਨ, ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ। ਅਸੀਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ। ਜੇ ਮੈਂ ਇਹਦੇ ਉੱਤੇ ਇੱਕ ਪੂਰਾ ਲੈਕਚਰ ਦੇਵਾਂ, ਪੂਰਾ ਇੱਕ ਲੈਕਚਰ ਹੋਏਗਾ ਕਿ ਕਰੋਨਾ ਨੇ ਸਾਨੂੰ ਕਿਵੇਂ ਸੰਕਟ ਦਿੱਤਾ, ਪਰ ਅਸੀਂ ਇਹ ਸਾਰਿਆਂ ਨੇ ਐਕਸਪੀਰੀਅੰਸ ਕੀਤਾ, ਇਸ ਕਰਕੇ ਮੈਂ ਇਹਦੇ 'ਤੇ ਬਹੁਤ ਜ਼ਿਆਦਾ ਨਹੀਂ ਬੋਲਾਂਗੀ। ਬਟ ਇਹ ਇੱਕ ਬਹੁਤ ਵੱਡਾ ਕਾਰਨ ਹੋਇਆ। ਮੋਟੇ ਤੌਰ 'ਤੇ ਜੋ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਕਿ ਅਸੀਂ ਦੇਖਿਆ ਆਮ ਤੌਰ 'ਤੇ ਕਿ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਬਿਜ਼ਨਸ ਬੰਦ ਹੋ ਗਏ, ਫੈਕਟਰੀਆਂ ਨੂੰ ਤਾਲੇ ਲੱਗ ਗਏ, ਔਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਣ ਜਾ ਸਕੇ, ਅਸੀਂ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਨਹੀਂ ਦੇ ਸਕੇ। ਇੱਥੋਂ ਤੱਕ ਕਿ ਲੋਕਾਂ ਨੇ ਆਪਣੇ ਸਕਿਆਂ, ਆਪਣੇ ਮਾਂ-ਬਾਪ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ ਨੂੰ ਖੋਇਆ, ਪਰੰਤੂ ਉਹ ਆਪਣੇ ਹੱਥ ਨਾਲ ਉਹਨਾਂ ਦਾ ਜਾ ਕੇ ਸੰਸਕਾਰ ਨਹੀਂ ਕਰ ਸਕੇ। ਔਰ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੁਝ ਜਾਣ ਪਛਾਣ ਦੇ ਲੋਕ ਮੇਰੇ ਰਿਸ਼ਤੇਦਾਰੀ ਵਿੱਚ, ਉਹਨਾਂ ਦੀ PR ਆਈ ਸੀ, ਉਹਨਾਂ ਨੇ ਬਾਹਰ ਜਾਣਾ ਸੀ ਪੱਕੇ ਤੌਰ ਤੇ, ਇੱਥੇ ਉਹਨਾਂ ਨੇ ਨੌਕਰੀ ਛੱਡਤੀ, ਰਿਜ਼ਾਈਨ ਕਰਤਾ, ਆਪਣਾ ਕੰਮ ਕਾਰ ਠੱਪ ਕਰਕੇ ਬੈਠ ਗਏ, ਸਮਾਨ ਪੈਕ ਸੀ, ਫਲਾਈਟ ਦੀਆਂ ਟਿਕਟਾਂ ਬੁੱਕ ਸੀ, ਔਰ ਉਹਨਾਂ ਦੀ ਫਲਾਈਟ ਸੀ ਕੁਝ ਦਿਨ ਬਾਅਦ, ਪਰ ਕਿਉਂਕਿ ਸਭ ਕੁਝ ਬੰਦ ਹੋ ਗਿਆ ਉਹ ਨਹੀਂ ਜਾ ਪਾਏ, ਔਰ ਨਵੀਆਂ ਨੌਕਰੀਆਂ ਨਹੀਂ ਮਿਲੀਆਂ, ਔਰ 8-9 ਮਹੀਨੇ ਜਿਹੜਾ ਉਹਨਾਂ ਨੇ ਡਿਪਰੈਸ਼ਨ, ਫਰਸਟ੍ਰੇਸ਼ਨ, ਸਟ੍ਰੈਸ ਵਿੱਚ ਕੱਟਿਆ। ਮਤਲਬ ਇਹ ਉਹੀ ਲੋਕ ਜਾਣ ਸਕਦੇ ਜਿਨ੍ਹਾਂ ਨੇ ਉਹ ਦੇਖਿਆ। ਔਰ ਇੱਕ WHO ਦਾ ਇੱਕ ਇਹ ਵੀ ਹੈ, ਰਿਸਰਚ ਹੋਈ ਹੈ, ਉਹਨਾਂ ਨੇ ਇਹ ਕਿਹਾ ਕਿ ਇਸ ਕਰੋਨਾ ਕਾਲ ਦੌਰਾਨ ਜਿਹੜਾ ਕਈ ਗੁਣਾ ਜ਼ਿਆਦਾ ਡਿਪਰੈਸ਼ਨ ਔਰ ਸਟ੍ਰੈਸ ਉਹ ਲੋਕਾਂ ਵਿੱਚ ਵੱਧ ਗਿਆ ਜੀ। ਸੁਸਾਈਡ ਵੀ, ਇੰਨਾ ਜ਼ਿਆਦਾ ਸਟ੍ਰੈਸ ਵੀ ਵੱਧ ਗਿਆ ਕਿ ਲੋਕਾਂ ਨੇ ਸੁਸਾਈਡ ਤੱਕ ਵੀ ਕਈ ਲੋਕ ਆ ਗਏ। ਸੋ ਕੁਝ ਅਜਿਹੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਸਾਡੀ ਜ਼ਿੰਦਗੀ ਨੂੰ ਸਟ੍ਰੈਸਫੁਲ ਬਣਾ ਕੇ ਚਲੀਆਂ ਜਾਂਦੀਆਂ ਹਨ। ਔਰ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ, ਮੈਂ ਤੁਹਾਨੂੰ ਇੱਕ ਦੱਸਦੀ ਹਾਂ, ਬਹੁਤ ਵੱਡਾ ਕਾਰਨ ਹੈ ਕਿ ਸਾਡੀ ਆਪਣੀ ਪਰਸਨੈਲਿਟੀ, ਸਾਡੇ ਇੰਡੀਵਿਜੂਅਲ ਫੈਕਟਰ, ਸਾਡੇ ਪਰਸਨਲ ਫੈਕਟਰਸ, ਕਿ ਅਸੀਂ ਉਸ ਤਣਾਅ ਨੂੰ ਕਿਵੇਂ ਦੇਖ ਰਹੇ ਹਾਂ। ਕੁਝ ਲੋਕ ਬਹੁਤ ਸੈਂਸਿਟਿਵ ਹੁੰਦੇ ਆ, ਔਰ ਕੁਝ ਲੋਕ ਜਿਹੜਾ ਰੱਬ ਦਾ ਭਾਣਾ ਮੰਨ ਲੈਂਦੇ ਹਨ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਉਸੇ ਹਾਲਾਤ ਨੂੰ ਕਿਵੇਂ ਦੇਖ ਰਹੇ ਹੋ। ਹੁਣ ਜੇਕਰ ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਤਾਂ ਮੈਂ ਕਹਾਂਗੀ ਕਿ ਅੱਧਾ ਗਲਾਸ ਖਾਲੀ ਹੈ, ਤੁਸੀਂ ਕਹੋਗੇ ਕਿ ਅੱਧਾ ਭਰਿਆ ਹੋਇਆ, ਠੀਕ ਹੈ ਨਾ। ਸੋ ਇਹ ਸਾਡਾ ਉਸੇ ਚੀਜ਼ ਨੂੰ ਦੇਖਣ ਦਾ ਇੱਕ ਨਜ਼ਰੀਆ ਹੈ ਕਿ ਅਸੀਂ ਕਿਸ ਨਜ਼ਰੀਏ ਨਾਲ ਉਹਨੂੰ ਪਰਸੀਵ ਕਰ ਰਹੇ ਹਾਂ, ਉਹਨੂੰ ਦੇਖ ਰਹੇ ਹਾਂ। ਹੁਣ ਜਿਹੜਾ ਇਨਸਾਨ ਤਾਂ ਕਹਿ ਰਿਹਾ ਕਿ ਜਿਹੜਾ ਅੱਧਾ ਗਲਾਸ ਪਾਣੀ ਦਾ ਭਰਿਆ, ਕੋਈ ਗੱਲ ਨਹੀਂ, ਅੱਧਾ ਭਰਿਆ ਤਾਂ ਹੈ ਨਾ, ਔਰ ਦੂਜਾ ਕਹੇਗਾ ਕਿ ਅੱਧਾ ਖਾਲੀ ਕਿਉਂ ਹੈ। ਸੋ ਇਹ ਡਿਪੈਂਡ ਕਰਦਾ ਹੈ ਕਿ ਸਾਡੀ ਇੰਡੀਵਿਜੂਅਲ ਕੀ ਪਰਸਨੈਲਿਟੀ ਹੈ। ਹੁਣ ਕਈ ਲੋਕਾਂ ਨੇ ਲੋਕਡਾਊਨ ਦੌਰਾਨ ਇਹ ਵੀ ਕਿਹਾ ਕਿ ਚਲੋ ਵਧੀਆ ਹੋਇਆ, ਸਾਨੂੰ ਆਪਣੇ ਬੱਚਿਆਂ ਨਾਲ ਰਹਿਣ ਦਾ, ਫੈਮਿਲੀ ਨਾਲ ਰਹਿਣ ਦਾ ਮੌਕਾ ਮਿਲਿਆ, ਪਰ ਇਹ ਉਹਨਾਂ ਲੋਕਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਕੁਝ ਪੈਸਾ ਪਿੱਛੇ ਸੇਵ ਕੀਤਾ ਹੋਇਆ ਸੀ, ਕੁਝ ਸੀਗਾ ਜਿਨ੍ਹਾਂ ਕੋਲ। ਪਰ ਕੁੱਲ ਮਿਲਾ ਕੇ ਸਾਡੀ ਜਿਹੜੀ ਆਪਣੀ ਪਰਸਨੈਲਿਟੀ ਹੈ, ਸਾਡੇ ਪਰਸਨੈਲਿਟੀ ਫੈਕਟਰਸ ਤੇ ਸਾਡੇ ਹਾਲਾਤ, ਇਹ ਸਭ ਮਿਲਾ ਕੇ ਸਾਡੇ ਲਈ ਤਣਾਅ ਦਾ ਕਾਰਨ ਬਣਦੇ ਹਨ। ਹਾਂਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕਿਹੜੇ ਅਜਿਹੇ ਕਾਰਨ ਨੇ ਜੋ ਸਾਡੇ ਤਣਾਅ ਦਾ ਮੁੱਖ ਤੌਰ ਤੇ ਇੱਕ ਰੋਲ ਅਦਾ ਕਰਦੇ ਨੇ। ਪਰ ਜੇ ਅਸੀਂ ਹੋ ਵੀ ਗਏ ਆ, ਮਤਲਬ ਅਸੀਂ ਮੰਨ ਲਿਆ ਕਿ ਵੀ ਠੀਕ ਹੈ, ਲਾਈਫ ਸਟ੍ਰੈਸਫੁਲ ਹੈਗੀ ਹੈ, ਪਰ ਉਸ ਤੋਂ ਬਾਅਦ ਇਹਦਾ ਜਿਹੜਾ ਅਸਰ ਹੈ, ਚਾਹੇ ਉਹ ਸਾਡੇ ਸਰੀਰ ਤੇ, ਸਾਡੇ ਮਨ ਤੇ, ਸਾਡੇ ਆਸ-ਪਾਸ, ਸਾਡੇ ਰਿਸ਼ਤਿਆਂ ਤੇ, ਕਿਸ ਤਰ੍ਹਾਂ ਦਾ ਅਸਰ ਜਿਹੜਾ ਹੈ ਉਹ ਪੈਂਦਾ ਹੈ? ਹਾਂਜੀ ਸੰਦੀਪ ਜੀ, ਮੈਂ ਤੁਹਾਨੂੰ ਪਹਿਲਾਂ ਦੱਸਾਂਗੀ ਕਿ ਤਣਾਅ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਪੋਜ਼ਿਟਿਵ ਸਟ੍ਰੈਸ, ਜਿਹਨੂੰ ਕਹਿੰਦੇ ਯੂਰੋ ਸਟ੍ਰੈਸ, ਔਰ ਇੱਕ ਹੁੰਦਾ ਨੈਗੇਟਿਵ ਸਟ੍ਰੈਸ। ਹੁਣ ਪੋਜ਼ਿਟਿਵ ਸਟ੍ਰੈਸ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਸਕਾਰਾਤਮਕ ਜਿਹੜਾ ਤਣਾਅ ਹੈ, ਇਹ ਹੋਣਾ ਜ਼ਰੂਰੀ ਹੈ ਕਿਉਂਕਿ ਇਸਦੇ ਫਾਇਦੇ ਹੁੰਦੇ ਹਨ। ਕਿਉਂਕਿ ਜੇਕਰ ਇੱਕ ਵਿਦਿਆਰਥੀ ਨੂੰ ਸਟ੍ਰੈਸ ਨਹੀਂ ਹੋਏਗਾ
ਪੜ੍ਹਾਈ ਦਾ ਪ੍ਰੈਸ਼ਰ ਨਹੀਂ ਹੋਏਗਾ, ਪੜ੍ਹਾਈ ਦਾ ਕੋਈ ਬੋਝ ਨਹੀਂ ਲਏਗਾ, ਤਾਂ ਉਹ ਪੜ੍ਹਾਈ ਦਾ ਫਿਕਰ ਨਹੀਂ ਕਰੇਗਾ। ਸਹੀ ਗੱਲ ਹੈ। ਉਹ ਪੜ੍ਹਦਾ ਹੈ, ਹਾਂ ਉਹ ਪੜ੍ਹਦਾ ਹੈ ਕਿਉਂਕਿ ਉਸਨੂੰ ਫਿਕਰ ਹੈ ਕਿ ਮੇਰਾ ਐਗਜ਼ਾਮ ਹੈ ਜਾਂ ਮੈਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਹੈ। ਪਰ ਜਿਹੜੇ ਬੱਚਿਆਂ ਨੂੰ ਫਿਕਰ ਹੀ ਨਹੀਂ ਹੋਏਗਾ, ਉਹ ਸਾਰਾ ਦਿਨ ਬੈਠ ਕੇ ਟੀਵੀ ਦੇਖਦੇ ਰਹਿਣਗੇ ਜਾਂ ਮੋਬਾਈਲ ਤੇ ਲੱਗੇ ਰਹਿਣਗੇ, ਈਵਨ ਐਗਜ਼ਾਮ ਤੋਂ ਇੱਕ ਦਿਨ ਪਹਿਲਾਂ ਵੀ। ਪਰੰਤੂ ਜਿਹੜੇ ਬੱਚੇ ਪੜ੍ਹਨ ਦਾ ਫਿਕਰ ਕਰਦੇ ਹਨ ਜਾਂ ਮਿਹਨਤ ਕਰਦੇ ਹਨ, ਉਹ ਕੁਝ ਹਾਸਲ ਕਰਦੇ ਹਨ। ਔਰ ਜ਼ਿੰਦਗੀ ਵਿੱਚ ਜਿਹੜਾ ਕਿਸੇ ਵੀ ਮੁਕਾਮ ਤੇ ਪਹੁੰਚਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਅਤੇ ਇਹ ਮਿਹਨਤ ਤਾਂ ਹੀ ਹੁੰਦੀ ਹੈ ਕਿ ਜੇ ਬੱਚਾ, ਜੇ ਵਿਦਿਆਰਥੀ ਜਾਂ ਕੋਈ ਵੀ ਇਨਸਾਨ ਕੁਝ ਫਿਕਰਮੰਦ ਹੁੰਦਾ ਹੈ। ਹੁਣ ਮਾਂ ਨੂੰ ਇਹ ਫਿਕਰ ਹੈ ਕਿ ਮੇਰੇ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਜੀ, ਔਰ ਉਹ ਰਾਤ ਨੂੰ ਬੱਚਿਆਂ ਦੇ ਕੱਪੜੇ ਤਿਆਰ ਕਰਕੇ ਰੱਖੇਗੀ, ਨਾਸ਼ਤੇ ਦੀ ਤਿਆਰੀ ਕਰਕੇ ਰੱਖੇਗੀ, ਤਾਂ ਹੀ ਸਵੇਰੇ ਬੱਚੇ ਵੇਲੇ ਸਿਰ ਸਕੂਲ ਚਲੇ ਜਾਣਗੇ, ਬੱਚੇ ਵੇਲੇ ਸਿਰ ਬੱਸ ਪਕੜ ਸਕਣਗੇ। ਜੇ ਉਹ ਤਿਆਰੀ ਨਹੀਂ ਕਰੇਗੀ, ਕੁਛ ਨਹੀਂ ਕਰੇਗੀ, ਔਰ ਸਵੇਰੇ ਉੱਠ ਕੇ ਉਹ ਸੋਚੇਗੀ, ਤਾਂ ਕਈ ਵਾਰ ਹੋ ਸਕਦਾ, ਮੈਂ ਕਹਿੰਦੀ ਹੋ ਸਕਦਾ ਕਿ ਬੱਚੇ ਲੇਟ ਹੋ ਜਾਣ ਜਾਂ ਬੱਚੇ ਭੁੱਖੇ ਚਲੇ ਜਾਣ। ਸੋ ਇਸ ਕਰਕੇ ਜਿਹੜਾ ਪੋਜ਼ਿਟਿਵ ਸਟ੍ਰੈਸ ਹੈ, ਇਹ ਸਾਨੂੰ ਆਪਣਾ ਕੰਮ ਨੂੰ, ਟਾਈਮ ਸਿਰ ਕੰਮ ਨੂੰ ਨਿਬੇੜਨ ਲਈ ਸਾਨੂੰ ਪ੍ਰੇਰਿਤ ਕਰਦਾ ਹੈ। ਔਰ ਇਸ ਕਰਕੇ ਜਿਹੜਾ ਪੋਜ਼ਿਟਿਵ ਸਟ੍ਰੈਸ ਹੈ, ਯੂਰੋ ਸਟ੍ਰੈਸ ਹੈ, ਇਹ ਜ਼ਰੂਰੀ ਹੈ। ਹੁਣ ਮੈਂ ਇੱਕ ਤੁਹਾਨੂੰ ਦੂਜੀ ਟਾਈਪ ਦਾ ਸਟ੍ਰੈਸ ਦੱਸਿਆ ਸੀ, ਉਹ ਹੈ ਨੈਗੇਟਿਵ ਸਟ੍ਰੈਸ। ਹੁਣ ਪਰੰਤੂ ਇਹੀ ਸਟ੍ਰੈਸ ਜੇ ਅਸੀਂ ਬਹੁਤ ਜ਼ਿਆਦਾ ਲਈਏ, ਇਹਨਾਂ ਗੱਲਾਂ ਦਾ ਹੀ ਸਟ੍ਰੈਸ, ਕੰਮ, ਘਰ ਦੇ ਕੰਮ ਕਾਜ ਦਾ ਬਹੁਤ ਸਟ੍ਰੈਸ ਲਈਏ ਜਾਂ ਕਿਸੇ ਵੀ ਹੋਰ ਹਾਲਾਤ ਦਾ ਸਟ੍ਰੈਸ ਬਹੁਤ ਲਈਏ, ਪਰ ਕਈ ਵਾਰੀ ਹੁੰਦਾ ਕਿ ਸਾਡੇ ਹਾਲਾਤ ਜਿਹੜੇ ਆ ਉਹ ਸਾਡੇ ਕਾਬੂ ਵਿੱਚ ਵੀ ਨਹੀਂ ਹੁੰਦੇ, ਔਰ ਸਾਨੂੰ ਬਾਰ-ਬਾਰ ਸਟ੍ਰੈਸ ਹੁੰਦਾ। ਤਾਂ ਕੁਝ ਘਟਨਾਵਾਂ ਕਰਕੇ ਵੀ ਬਾਰ-ਬਾਰ ਸਟ੍ਰੈਸ ਹੁੰਦਾ, ਕੁਝ ਘਰ ਦੇ ਰਿਸ਼ਤਿਆਂ ਕਰਕੇ ਬਾਰ-ਬਾਰ ਸਟ੍ਰੈਸ ਹੁੰਦਾ, ਔਰ ਇਹਨਾਂ ਉੱਤੇ ਲਈ ਅਸੀਂ ਕੁਝ ਕਰ ਨਹੀਂ ਸਕਦੇ ਜਾਂ ਕਈ ਵਾਰ ਕੁਝ ਕਰ ਨਹੀਂ ਰਹੇ ਹੁੰਦੇ। ਤਾਂ ਇਸ ਸਟ੍ਰੈਸ ਦਾ ਸਾਡੀ ਮਾਨਸਿਕ, ਸਾਡੀ ਸਰੀਰਕ, ਦੋਨਾਂ ਤਰ੍ਹਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ, ਸਾਡੀ ਸਰੀਰਕ ਸਿਹਤ ਵੀ ਔਰ ਮਾਨਸਿਕ ਸਿਹਤ ਵੀ। ਔਰ ਜਦੋਂ ਸਾਨੂੰ ਸਟ੍ਰੈਸ ਜਾਂ ਤਣਾਅ ਹੁੰਦਾ ਤਾਂ ਇਸਦਾ ਅਸਰ ਸਭ ਤੋਂ ਪਹਿਲਾਂ, ਮੈਂ ਕਹਿੰਦੀ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੀਆਂ ਨਾੜੀਆਂ ਤੇ ਹੁੰਦਾ। ਅਸੀਂ ਫੀਲ ਕੀਤਾ ਹੋਣਾ, ਜਦੋਂ ਅਸੀਂ ਸਟ੍ਰੈਸ ਚ ਹੁੰਦੇ ਹਾਂ ਤਾਂ ਸਭ ਤੋਂ ਜ਼ਿਆਦਾ ਅਸਰ ਸਾਡੇ ਦਿਮਾਗ ਤੇ ਹੁੰਦਾ। ਸਾਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਸਰੀਰ ਤੇ ਵੀ ਅਸਰ ਹੋ ਰਿਹਾ, ਪਰ ਸਾਡੇ ਦਿਮਾਗ ਦੀਆਂ ਨਾੜੀਆਂ ਤੇ ਦਬਾਅ ਪੈਂਦਾ ਔਰ ਦਿਮਾਗ ਦੀਆਂ ਨਾੜੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਹਨ। ਹੁਣ ਸਾਡੇ ਦਿਮਾਗ ਅਤੇ ਸਰੀਰ ਦੇ ਕੁਝ ਅਜਿਹੇ ਹਾਰਮੋਨਸ ਹੁੰਦੇ ਆ, ਸਾਡੇ ਦਿਮਾਗ ਚੋਂ, ਸਰੀਰ ਚੋਂ ਨਿਕਲਦੇ ਆ, ਹਾਰਮੋਨਸ ਨਿਕਲਦੇ ਆ, ਜਿਨ੍ਹਾਂ ਨੂੰ ਅਸੀਂ ਬਹੁਤ ਸਿੰਪਲ ਪੰਜਾਬੀ ਚ ਕਹਿ ਸਕਦੇ ਹਾਂ ਕਿ ਕੁਝ ਰਸ ਜਿਹੜੇ ਉਹ ਪੈਦਾ ਹੁੰਦੇ ਆ। ਇਹ ਜਿਹੜੇ ਹਾਰਮੋਨਸ ਹੈ, ਜਿਹੜੇ ਰਸ ਹੈ, ਸਾਡੇ ਖੂਨ ਵਿੱਚ ਜਾਂਦੇ ਆ ਔਰ ਸਾਡੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨੂੰ, ਸਾਰੇ ਸਿਸਟਮਸ ਨੂੰ ਉਹ ਕੰਟਰੋਲ ਕਰਦੇ ਆ। ਮੈਂ ਕਹਿੰਦੀ ਸਾਰੇ ਸਿਸਟਮਸ ਨੂੰ ਕੰਟਰੋਲ ਕਰਦੇ ਆ। ਔਰ ਜਦੋਂ ਸਾਨੂੰ ਕਿਸੇ ਤਰ੍ਹਾਂ ਦਾ ਵੀ ਤਣਾਅ ਹੁੰਦਾ ਹੈ, ਕਿਸੇ ਤਰ੍ਹਾਂ ਦਾ ਵੀ ਸਟ੍ਰੈਸ ਹੁੰਦਾ ਹੈ, ਤਾਂ ਜਿਹੜੇ ਸਾਡੇ ਸਰੀਰ ਦਾ ਜਿਹੜਾ ਇੱਕ ਆਟੋਮੈਟਿਕ ਨਰਵਸ ਸਿਸਟਮ ਹੈ, ਸਾਡੇ ਦਿਮਾਗ ਦੀਆਂ ਜਿਹੜੀਆਂ ਨਾੜੀਆਂ ਹੈ, ਉਸ ਜਿਹੜੇ ਸਟ੍ਰੈਸ ਨਾਲ ਨੂੰ ਕੋਪ ਕਰਨ ਲਈ, ਉਹਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦਾ ਸਾਡਾ ਆਟੋਮੈਟਿਕ ਨਰਵਸ ਸਿਸਟਮ। ਸਾਡਾ ਆਟੋਮੈਟਿਕ ਨਰਵਸ ਸਿਸਟਮ ਇਸ ਸਟ੍ਰੈਸ ਨੂੰ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ। ਔਰ ਸਾਡੇ ਦਿਮਾਗ ਦੇ ਹੇਠਾਂ ਕੁਝ ਗਲੈਂਡਸ ਹੁੰਦੇ ਆ, ਜਿਨ੍ਹਾਂ ਨੂੰ ਪੰਜਾਬੀ ਵਿੱਚ ਗ੍ਰੰਥੀਆਂ ਵੀ ਕਹਿੰਦੇ ਹਨ, ਔਰ ਇਹਨਾਂ ਵਿੱਚੋਂ ਕਾਰਟੀਸੋਲ ਨਾਮ ਦਾ ਇੱਕ ਹਾਰਮੋਨ ਪੈਦਾ ਹੁੰਦਾ ਹੈ। ਕਈ ਹਾਰਮੋਨਸ ਪੈਦਾ ਹੁੰਦੇ ਆ, ਪਰ ਮੈਂ ਮੋਟੇ ਤੌਰ ਤੇ ਜਿਹੜਾ ਇਫੈਕਟ ਹੈ, ਕਾਰਟੀਸੋਲ ਦਾ ਨਾਮ ਦਾ ਜਿਹੜਾ ਇੱਕ ਹਾਰਮੋਨ ਹੈ, ਉਹ ਪੈਦਾ ਹੁੰਦਾ ਹੈ। ਇਹ ਹਾਰਮੋਨ ਸਾਡੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਅਤੇ ਸਾਰੇ ਸਿਸਟਮਸ ਨੂੰ ਕੰਟਰੋਲ ਕਰਦਾ। ਔਰ ਜਦੋਂ ਬਹੁਤ ਦੇਰ ਤੱਕ ਜ਼ਿਆਦਾ ਸਟ੍ਰੈਸ ਹੁੰਦਾ ਹੈ ਤਾਂ ਕਾਰਟੀਸੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਕਾਰਟੀਸੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਜਦੋਂ ਇਹ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਇਸ ਦੇ ਨਾਲ ਹੀ ਕੁਝ ਹਾਰਮੋਨ ਜਿਵੇਂ ਕਿ ਐਡਰੀਨਲਿਨ, ਸੈਰੋਟੋਨਿਨ, ਮੈਲਾਟੋਨਿਨ, ਇਹਨਾਂ ਦੀ ਪੈਦਾਵਾਰ ਘੱਟ ਜਾਂਦੀ ਹੈ। ਇੱਕ ਡੋਪਾਮਾਈਨ ਹਾਰਮੋਨ ਹੈ ਜਿਹੜਾ ਕਿ ਸਾਡੀ ਸਾਈਕੋਲੋਜੀ ਨੂੰ, ਸਾਡੇ ਮਨੋਵਿਗਿਆਨ ਨੂੰ ਕੰਟਰੋਲ ਕਰਦਾ। ਸੋ ਇਸ ਦਾ ਸਾਰਾ ਜਿਹੜਾ ਅਸਰ ਹੈ ਸਾਡੇ ਦਿਮਾਗ ਅਤੇ ਦਿਲ ਤੇ ਸਰੀਰ ਤੇ ਹੁੰਦਾ ਹੈ। ਐਡਰੀਨਲਿਨ, ਸੈਰੋਟੋਨਿਨ, ਮੈਲਾਟੋਨਿਨ, ਡੋਪਾਮਾਈਨ, ਇਹਨਾਂ ਦੀ ਜਿਹੜੀ ਪੈਦਾਇਸ਼ ਹੈ, ਪੈਦਾਵਾਰ, ਸਕ੍ਰੀਸ਼ਨ ਹੈ, ਉਹ ਘੱਟ ਜਾਂਦੀ ਹੈ। ਇਹ ਘੱਟ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਅਤੇ ਸਾਨੂੰ ਜਿਹੜੀ ਸਾਡੀ ਸਰੀਰ ਦੀਆਂ ਸਮੱਸਿਆਵਾਂ, ਸਰੀਰਕ ਜਿਹੜੀਆਂ ਸਿਹਤ ਸੰਬੰਧੀ ਸਮੱਸਿਆਵਾਂ, ਉਹ ਫਿਰ ਹੌਲੀ ਹੌਲੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਔਰ ਜੇ ਸਟ੍ਰੈਸ ਲਗਾਤਾਰ ਚੱਲਦਾ ਰਹੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਡਾਇਬਟੀਜ਼, ਸ਼ੂਗਰ ਹੈ, ਹਾਈ ਬਲੱਡ ਪ੍ਰੈਸ਼ਰ ਹੈ। ਅੱਛਾ, ਅਸੀਂ ਇਹ ਦੇਖਿਆ ਹੋਣਾ ਕਿ ਜਦੋਂ ਸਾਨੂੰ ਕੋਈ ਸਟ੍ਰੈਸ ਹੁੰਦਾ, ਸਾਡੇ ਦਿਲ ਦੀ ਧੜਕਨ ਬਹੁਤ ਤੇਜ਼ ਹੋ ਜਾਂਦੀ ਹੈ। ਬਿਲਕੁਲ। ਆਪਾਂ ਕਈ ਵਾਰੀ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਸਾਡੇ ਦਿਲ ਦੀ ਜਿਹੜੀ ਧੜਕਨ ਹੈ ਬਹੁਤ ਤੇਜ਼ ਹੋ ਜਾਂਦੀ ਹੈ ਜੀ। ਔਰ ਕਿਉਂਕਿ ਸਾਡਾ BP ਵੱਧ ਜਾਂਦਾ, ਸ਼ੂਗਰ ਵੱਧ ਜਾਂਦੀ ਹੈ, ਇਹਦਾ ਅਸਰ ਸਿੱਧਾ ਸਾਡੇ ਡਾਇਰੈਕਟਲੀ ਸਾਡੇ ਹਾਰਟ ਉੱਤੇ ਪੈਂਦਾ, ਸਾਡੇ ਦਿਲ ਤੇ ਪੈਂਦਾ।
ਔਰ ਇੱਕ ਗੱਲ ਹੋਰ ਦੇਖਣ ਚਾਹੀਏ ਕਿ ਸਟ੍ਰੈਸ ਦੌਰਾਨ ਲੋਕਾਂ ਦਾ ਭਾਰ ਜਾਂ ਤਾਂ ਬਹੁਤ ਵੱਧਣਾ ਸ਼ੁਰੂ ਹੋ ਜਾਂਦਾ ਜਾਂ ਬਹੁਤ ਘਟ ਜਾਂਦਾ, ਕਿਉਂਕਿ ਕਈ ਵਾਰ ਲੋਕ ਤਣਾਅ ਚ ਆ ਕੇ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਤੇ ਕਈ ਵਾਰ ਕੀ ਹੁੰਦਾ ਕਿ ਕਈਆਂ ਦੀ ਭੁੱਖ ਮਰ ਜਾਂਦੀ ਹੈ। ਸੋ ਇੱਕ ਇੰਡੀਵਿਜੂਅਲ ਆਪਣਾ ਤੁਹਾਡੀ ਬੋਡੀ ਦਾ ਰਿਐਕਸ਼ਨ ਹੈ, ਰਿਸਪੌਂਸ ਹੈ ਕਿ ਤੁਹਾਡੀ ਬੋਡੀ ਕਿਵੇਂ ਰਿਐਕਟ ਕਰ ਰਹੀ ਹੈ, ਕਿਵੇਂ ਰਿਸਪੌਂਡ ਕਰ ਰਹੀ ਹੈ ਤਣਾਅ ਨੂੰ। ਅੱਛਾ, ਕਿਉਂਕਿ ਸਾਨੂੰ ਇੱਕ ਤਾਂ ਹੈ ਕਿ ਸਾਡੇ ਹਾਰਮੋਨਸ ਵਿੱਚ ਚੇਂਜਿਸ ਆਉਂਦੀਆਂ, ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੀ ਭੁੱਖ ਹੈ ਵੱਧ ਜਾਂਦੀ ਘਟ ਜਾਂਦੀ ਹੈ, ਇਸ ਕਰਕੇ ਸਾਨੂੰ ਕਈ ਤਰ੍ਹਾਂ ਦੀ ਜਿਹੜੀਆਂ ਉਹ ਕਮੀਆਂ ਸ਼ੁਰੂ ਹੋ ਜਾਂਦੀਆਂ ਖੁਰਾਕੀ ਤੱਤਾਂ ਦੀਆਂ। ਸੋ ਮਿਲ ਜੁਲ ਕੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ। ਜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਤਣਾਅ ਚ ਇਨਸਾਨ ਰਹਿੰਦਾ, ਲੰਬਾ ਸਮਾਂ ਤਣਾਅ ਚ ਰਹਿੰਦਾ ਤੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕਾਂ ਦੇ ਸਿਰ ਚ ਦਰਦ ਰਹਿੰਦੀ ਹੈ ਜੀ, ਔਰ ਕਈਆਂ ਦੇ ਸਰੀਰ ਦੇ ਬਾਕੀ ਹਿੱਸਿਆਂ ਚ ਵੀ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਕਿਉਂਕਿ ਜਦੋਂ ਵੀ ਤਣਾਅ ਹੁੰਦਾ ਇਸ ਦਾ ਜਿਹੜਾ ਅਸਰ ਹੈ ਸਾਡੇ ਦਿਮਾਗ ਦੀਆਂ ਨਾੜੀਆਂ ਤੇ ਪੈਂਦਾ ਹੈ। ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਕਰਕੇ ਸਿਰ ਦਰਦ ਜਾਂ ਅੱਧੇ ਸਿਰ ਦੀ ਦਰਦ ਜਿਹਨੂੰ ਅਸੀਂ ਮਾਈਗ੍ਰੇਨ ਵੀ ਕਹਿੰਦੇ ਹਨ, ਇਹ ਅਕਸਰ ਰਹਿੰਦੀ ਹੈ। ਲੋਕਾਂ ਦਾ ਬਾਰ-ਬਾਰ ਕਈਆਂ ਦਾ ਪੇਟ ਖਰਾਬ ਹੋ ਜਾਂਦਾ ਹੈ, ਪੇਟ ਦਰਦ ਵੀ ਜਿਹੜੀ ਹੋਣੀ ਹੈ ਉਹ, ਹਾਂ ਕਈਆਂ ਦੀ ਪੇਟ ਦਰਦ ਹੋਣ ਲੱਗ ਜਾਂਦਾ, ਉਹ ਟੈਨਸ਼ਨ ਚਾਹੁੰਦੇ ਉਹਨਾਂ ਦੀ ਪੇਟ ਦਰਦ ਜਿਹੜੀ ਹੋਣ ਲੱਗ ਜਾਂਦੀ ਹੈ, ਕਿਉਂਕਿ ਇਹਦੇ ਨਾਲ ਕੀ ਹੈ ਕਿ ਐਸਿਡਿਟੀ ਹੋਣੀ ਸ਼ੁਰੂ ਹੋ ਜਾਂਦੀ, ਲੋਕਾਂ ਨੂੰ ਐਸਿਡਿਟੀ ਵੱਧ ਜਾਂਦੀ ਹੈ, ਅੰਦਰ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ। ਹਾਂਜੀ, ਔਰ ਇੱਕ ਬਹੁਤ ਵੱਡਾ ਕਾਰਨ ਜਿਹੜਾ ਸਟ੍ਰੈਸ ਦਾ ਮੇਜਰ ਇਫੈਕਟ ਹੈ ਉਹ ਹੈ ਕਿ ਜਿਹੜੇ ਕਿ ਅਸੀਂ ਹੁਣ ਕੋਵਿਡ ਕਾਲ ਦੇ ਦੌਰਾਨ ਵੀ, ਕਰੋਨਾ ਕਾਲ ਦੇ ਵਿੱਚ ਵੀ ਅਸੀਂ ਜਿਹੜੀ ਇੱਕ ਚੀਜ਼ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈ ਉਹ ਹੈ ਕਿ ਸਾਡੀ ਬੋਡੀ ਦੀ ਇਮਿਊਨਿਟੀ। ਸਟ੍ਰੈਸ ਨਾਲ ਸਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਹੈ, ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਹੈ, ਇਮਿਊਨਿਟੀ ਹੈ, ਉਹ ਘਟ ਜਾਂਦੀ ਹੈ, ਜਿਸ ਕਰਕੇ ਬਾਰ-ਬਾਰ ਜ਼ੁਕਾਮ, ਖਾਂਸੀ, ਸਾਹ ਦੀ ਬਿਮਾਰੀ, ਕਈ ਤਰ੍ਹਾਂ ਦੀਆਂ ਐਲਰਜੀਜ਼ ਇਹ ਹੋ ਜਾਂਦੀਆਂ ਜੀ। ਔਰ ਇਸ ਤੋਂ ਇਲਾਵਾ ਫਿਰ ਇਹਨਾਂ ਕਰਕੇ ਕਿ ਸਾਡੀ ਜਿਹੜੀ ਸਾਡੇ ਸਰੀਰ ਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੈ ਉਹ ਘਟ ਜਾਂਦੀ ਹੈ। ਅਸੀਂ ਇਸ ਕਰਕੇ ਜਦੋਂ ਸਟ੍ਰੈਸ 'ਚ ਹੁੰਦੇ ਹਾਂ ਤਾਂ ਉਹਦਾ ਇੱਕ ਅਸਰ ਹੁੰਦਾ ਕਿ ਅਸੀਂ ਬਾਰ-ਬਾਰ ਬਿਮਾਰ ਹੁੰਦੇ ਹਾਂ ਜੀ। ਸੋ ਇਹ ਤਾਂ ਅਸੀਂ ਕੁਛ ਸਰੀਰਕ ਜਿਹੜੀਆਂ ਸਾਡੀਆਂ ਇਫੈਕਟਸ ਹੈ, ਅਸਰ ਹੈ ਸਾਡੇ ਸਰੀਰ ਤੇ। ਇਸ ਤੋਂ ਇਲਾਵਾ ਕੁਛ ਸਾਡੀ ਮਾਨਸਿਕਤਾ ਤੇ, ਸਾਡੀ ਸਾਈਕੋਲੋਜੀ ਤੇ, ਸਾਡੀ ਮਾਨਸਿਕ ਸਿਹਤ ਤੇ ਵੀ ਸਟ੍ਰੈਸ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਜੀ। ਸਭ ਤੋਂ ਪਹਿਲੀ ਗੱਲ ਹੈ ਕਿ ਸਾਡਾ ਜਿਹੜਾ ਸੁਭਾਅ ਉਹ ਚਿੜਚਿੜਾ ਹੋ ਜਾਂਦਾ ਜੀ, ਜਲਦੀ ਗੁੱਸਾ ਆਉਣ ਲੱਗ ਜਾਂਦਾ। ਜਿਹੜਾ ਇਨਸਾਨ ਸਟ੍ਰੈਸ 'ਚ ਰਹੇਗਾ ਉਹ ਚਿੜਚਿੜਾ, ਕਈ ਵਾਰ ਲੱਗ ਕਹਿੰਦੇ ਕਿ ਬਹੁਤ ਚਿੜਚਿੜਾ ਸੁਭਾਅ ਹੈ ਜਾਂ ਉਹਨੂੰ ਬਹੁਤ ਜਲਦੀ ਗੁੱਸਾ ਆਉਂਦਾ, ਪਰ ਅਸੀਂ ਇੱਕ ਕਾਰਨ ਲੱਭੀਏ ਕਿ ਉਹਦੇ ਪਿੱਛੇ ਕੀ ਕਾਰਨ ਹੈ, ਕਿ ਉਹ ਇਨਸਾਨ ਕਿਸੇ ਨਾ ਕਿਸੇ ਸਟ੍ਰੈਸ 'ਚੋਂ ਗੁਜ਼ਰ ਰਿਹਾ ਹੈ ਜੀ। ਔਰ ਕੰਮ ਕਰਨ ਤੇ ਜੀ ਨਹੀਂ ਕਰਦਾ, ਕੰਮ ਕਰਨ ਤੇ ਜੀ ਨਹੀਂ ਕਰਦਾ, ਇਹ ਇੱਕ ਡਿਪਰੈਸ਼ਨ ਦਾ ਸਿੰਪਟਮ ਹੈ। ਜਲਦੀ ਗੁੱਸਾ ਆਉਣਾ, ਕੰਮ ਕਰਨ ਤੇ ਜੀ ਨਾ ਕਰਨਾ, ਜਾਂ ਨੀਂਦ ਨਾ ਆਉਣੀ, ਜਾਂ ਬਹੁਤ ਦੇਰ ਤੱਕ ਸਵੇਰੇ ਸੁੱਤੇ ਰਹਿਣਾ, ਰਾਤੀ ਨੀਂਦ ਨਹੀਂ ਆਉਂਦੀ ਤਾਂ ਸਵੇਰੇ ਉੱਠਿਆ ਨਹੀਂ ਜਾਂਦਾ। ਸੋ ਮਨ ਸਾਰਾ ਹਰ ਵੇਲੇ ਉਦਾਸ ਰਹਿੰਦਾ ਔਰ ਕਿਸੇ ਕੰਮ ਤੇ ਤੁਸੀਂ ਫੋਕਸ ਨਹੀਂ ਕਰ ਸਕਦੇ। ਦਿਲ ਮਨ ਲਾ ਕੇ ਕੋਈ ਕੰਮ ਕਰਨ ਤੇ ਜੀ ਨਹੀਂ ਕਰਦਾ, ਕੰਮ ਵੱਲ ਧਿਆਨ ਨਹੀਂ ਲੱਗਦਾ, ਫੈਸਲਾ ਲੈਣਾ ਕੋਈ ਵੀ ਔਖਾ ਹੋ ਜਾਂਦਾ। ਕੋਈ ਵੀ ਫੈਸਲਾ ਲੈਣਾ ਜ਼ਿੰਦਗੀ ਦਾ ਤੁਸੀਂ ਉਹ ਤੁਹਾਨੂੰ ਔਖਾ ਹੋ ਜਾਂਦਾ ਔਰ ਤੁਹਾਡੀ ਦਿਮਾਗੀ ਸ਼ਕਤੀ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ, ਯਾਦਾਸ਼ਤ ਘਟਣੀ ਹੋ ਜਾਂਦੀ ਹੈ। ਸੋ ਇਹ ਜਿਹੜੇ ਸਾਰੇ ਸਿੰਪਟਮਸ ਹੈ ਇਹ ਡਿਪਰੈਸ਼ਨ 'ਚ। ਜਦੋਂ ਸਟ੍ਰੈਸ ਬਹੁਤ ਜ਼ਿਆਦਾ ਅਕਿਊਟ ਫਾਰਮ 'ਚ ਹੋ ਜਾਂਦਾ, ਜ਼ਿਆਦਾ ਹੋ ਜਾਂਦਾ, ਤਾਂ ਉਹ ਡਿਪਰੈਸ਼ਨ ਦਾ ਜਿਹੜਾ ਰੂਪ ਹੈ ਉਹ ਧਾਰਨ ਕਰ ਲੈਂਦਾ। ਸੋ ਇਹ ਸਾਰੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਇਹ ਡਿਪਰੈਸ਼ਨ ਦੀਆਂ ਹੈ, ਡਿਪਰੈਸ਼ਨ ਦੀ ਸ਼ੁਰੂਆਤ ਹੈ ਜਦੋਂ ਇਹ ਸਾਰੀਆਂ। ਔਰ ਜੇਕਰ ਸਟ੍ਰੈਸ ਬਹੁਤ ਲੰਬਾ ਸਮਾਂ ਤੱਕ ਚੱਲੇ, ਬਹੁਤ ਲੰਬਾ ਸਮਾਂ ਤੱਕ ਰਹੇ, ਤਾਂ ਸਾਡੇ ਹਾਰਮੋਨਸ ਤੇ ਅਸਰ ਪੈਂਦਾ ਔਰ ਜਿਹੜਾ ਤਣਾਅ ਹੈ ਸਾਡੇ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦਾ। ਰੋਜ਼ਮर्रा ਦਾ ਜਿਹੜਾ ਸਟ੍ਰੈਸ ਹੈ ਜੇ ਬਹੁਤ ਜ਼ਿਆਦਾ ਲੰਬਾ ਸਮਾਂ ਚੱਲੇ ਔਰ ਐਕਿਊਟ ਬਹੁਤ ਜ਼ਿਆਦਾ ਸਟ੍ਰੈਸ ਹੋਵੇ ਤਾਂ ਉਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦਾ। ਔਰ ਰਿਸਰਚ ਨੇ ਇਹ ਦੱਸਿਆ ਕਿ 80% ਜਿਹੜੀਆਂ ਸਾਡੀਆਂ ਹੈਲਥ ਰਿਲੇਟਿਡ ਪ੍ਰੋਬਲਮਸ ਹੈ, ਸਿਹਤ ਸੰਬੰਧੀ ਸਮੱਸਿਆਵਾਂ ਹੈ, ਉਹਨਾਂ ਦਾ ਕਾਰਨ ਤਣਾਅ ਹੈ। ਉਹ ਤਣਾਅ ਕਰਕੇ ਹੁੰਦੀਆਂ, ਕੋਈ ਨਾ ਕੋਈ ਕਾਰਨ। ਉਹਦੇ ਨਾਲ ਸਾਡੀ ਇਮਿਊਨਿਟੀ ਘੱਟ ਜਾਂਦੀ ਹੈ, ਰੋਗਾਂ ਨਾਲ ਜਿਹੜੀ ਹੈ ਲੜਨ ਦੀ ਜਿਹੜੀ ਉਹ ਸ਼ਕਤੀ ਘੱਟ ਜਾਂਦੀ ਹੈ। ਸੋ ਇਸ ਤਰ੍ਹਾਂ ਜਿਹੜਾ ਤਣਾਅ ਦਾ ਅਸਰ ਹੈ ਸਾਡੇ ਸਰੀਰ ਔਰ ਸਾਡੀ ਮਾਨਸਿਕਤਾ ਤੇ, ਸਾਡੇ ਫਿਜ਼ੀਕਲ ਹੈਲਥ, ਸਾਡੀ ਸਾਈਕੋਲੋਜੀਕਲ ਹੈਲਥ ਤੇ ਬਹੁਤ ਜ਼ਿਆਦਾ ਪੈਂਦਾ ਜੀ। ਬਿਲਕੁਲ। ਸੋ ਇਹ ਗੱਲਾਂ ਵਾਕਈ ਬਹੁਤ ਜ਼ਿਆਦਾ ਵਿਚਾਰਨ ਵਾਲੀਆਂ ਨੇ ਕਿ ਸਟ੍ਰੈਸ ਦੇ ਕਰਕੇ ਸਾਡੇ ਸਰੀਰ ਤੇ ਸਾਡੀ ਮਾਨਸਿਕ ਸਥਿਤੀ ਦੇ ਉੱਤੇ ਕਿੰਨਾ ਜ਼ਿਆਦਾ ਇਹਦਾ ਅਸਰ ਹੈ ਉਹ ਪੈਂਦਾ, ਤੁਸੀਂ ਦੱਸਿਆ। ਹੁਣ ਬਿਲਕੁਲ ਠੀਕ ਹੈ ਕਿ ਅਗਰ ਸਟ੍ਰੈਸ ਹੈ ਲਾਈਫ ਦੇ ਵਿੱਚ, ਪਰ ਹੁਣ ਅਸੀਂ ਸਟ੍ਰੈਸ ਦੇ ਨਾਲ ਤਾਂ ਜ਼ਿੰਦਗੀ ਨਹੀਂ ਕੱਢ ਸਕਦੇ। ਅਸੀਂ ਇਸਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਲੱਭਾਂਗੇ ਕਿ ਅਸੀਂ ਸਟ੍ਰੈਸ ਤੋਂ ਕਿਵੇਂ ਦੂਰ ਰਹਿ ਸਕੀਏ। ਤਾਂ ਕੀ ਅਸੀਂ ਕਰ ਸਕਦੇ ਹਾਂ ਇਸ ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ? ਇਸ ਦੇ ਯੋਗ ਹੱਲ ਕੀ ਹੋਣਗੇ? ਹਾਂ, ਬਿਲਕੁਲ ਠੀਕ ਹੈ ਤੁਸੀਂ ਕਿ
ਗੱਲ ਇਹ ਹੈ ਕਿ ਤਣਾਅ ਤਾਂ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਹੈ, ਜੀ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤ ਹੈ, ਪਰ ਇਹ ਡਿਪੈਂਡ ਕਰਦਾ ਹੈ ਕਿ ਅਸੀਂ ਇਸ ਤਣਾਅ ਨੂੰ ਕਿਵੇਂ ਮੈਨੇਜ ਕਰ ਰਹੇ ਹਾਂ, ਕਿਵੇਂ ਕੰਟਰੋਲ ਕਰ ਰਹੇ ਹਾਂ। ਕਈ ਵਾਰ ਅਸੀਂ ਕੰਟਰੋਲ ਘੱਟ ਕਰ ਸਕਦੇ ਹਾਂ ਪਰ ਅਸੀਂ ਉਹਨੂੰ ਮੈਨੇਜ ਜ਼ਿਆਦਾ ਕਰ ਸਕਦੇ ਹਾਂ। ਤੇ ਆਪਣੇ ਆਪ ਨੂੰ ਤਣਾਅ ਤੋਂ ਔਰ ਤਣਾਅ ਦੇ ਇਹਨਾਂ ਅਸਰਾਂ ਤੋਂ ਕਿਵੇਂ ਮੁਕਤ ਰੱਖ ਸਕਦੇ ਹਾਂ। ਹਾਂਜੀ, ਤਣਾਅ ਦੇ ਅਸਰ ਤਾਂ ਹੁੰਦੇ, ਪਰ ਇਹਨਾਂ ਤਣਾਅ ਤਾਂ ਸਭ ਨੂੰ ਹੁੰਦਾ, ਕਿਸੇ ਨੂੰ ਥੋੜਾ ਹੈ ਕਿਸੇ ਨੂੰ ਜ਼ਿਆਦਾ ਹੈ, ਪਰ ਆਪਣੇ ਆਪ ਨੂੰ ਤਣਾਅ ਮੁਕਤ ਕਿਵੇਂ ਕਰ ਸਕਦੇ ਹਾਂ, ਔਰ ਜਾਂ ਇਹਨਾਂ ਤਣਾਅ ਦੇ ਜਿਹੜੇ ਇਹਨਾਂ ਮਾੜੇ ਅਸਰਾਂ ਤੋਂ ਆਪਣੇ ਆਪ ਨੂੰ ਇਫੈਕਟ ਤੋਂ ਕਿਵੇਂ ਦੂਰ ਕਰ ਸਕਦੇ ਹਾਂ। ਸੋ ਇੱਕ ਤਾਂ ਗੱਲ ਹੈ ਕਿ ਤਣਾਅ ਮੁਕਤ ਹੋਣ ਦੇ ਮੈਂ ਮੋਟੀ ਜਿਹੀ ਗੱਲ ਤੁਹਾਨੂੰ ਦੱਸਾਂਗੀ, 2 ਤਰੀਕੇ। ਹਾਂਜੀ, ਮੋਟੀ ਗੱਲ ਹੈ ਕਿ 2 ਤਰੀਕੇ ਹੈ। ਪਹਿਲੀ ਗੱਲ ਹੈ ਕਿ ਤੁਸੀਂ ਆਪਣੇ ਹਾਲਾਤ ਨੂੰ ਬਦਲ ਲਓ, ਫਾਈਟ ਔਰ ਫਲਾਈਟ ਇਹਨੂੰ ਕਹਿੰਦੇ। ਪਹਿਲੀ ਗੱਲ ਹੈ ਕਿ ਤੁਸੀਂ ਆਪਣੇ ਹਾਲਾਤ ਬਦਲ ਲਓ, ਹਾਲਾਤ ਤੋਂ ਦੂਰ ਹੋ ਜਾਓ ਔਰ ਤਣਾਅ ਦਾ ਕਾਰਨ ਲੱਭੋ ਅਤੇ ਇਸ ਕਾਰਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਪਰੰਤੂ ਬਹੁਤ ਵਾਰੀ ਬਹੁਤ ਸਾਰੇ ਹਾਲਾਤ ਤੁਹਾਡੇ ਆਪਣੇ ਕੰਟਰੋਲ 'ਚ ਨਹੀਂ ਹੁੰਦੇ। ਹਾਂਜੀ, ਔਰ ਅਸੀਂ ਉਹਨਾਂ ਹਾਲਾਤਾਂ ਨੂੰ ਨਹੀਂ ਬਦਲ ਸਕਦੇ ਜੀ। ਤਾਂ ਇਸ ਕਰਕੇ ਅਸੀਂ ਦੂਜੇ ਇਨਸਾਨ ਨੂੰ ਵੀ ਨਹੀਂ ਬਦਲ ਸਕਦੇ। ਕਈ ਵਾਰੀ ਦੂਜੇ ਇਨਸਾਨ ਕਰਕੇ ਤੁਹਾਨੂੰ ਸਟ੍ਰੈਸ ਹੈ, ਪਰ ਤੁਸੀਂ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਦੂਸਰੇ ਇਨਸਾਨ ਨੂੰ ਨਹੀਂ ਬਦਲ ਸਕਦੇ। ਤਾਂ ਦੂਜਾ ਤਰੀਕਾ ਹੈ ਕਿ ਅਸੀਂ ਆਪਣੇ ਆਪ ਨੂੰ ਬਦਲ ਲਈਏ, ਖੁਦ ਨੂੰ ਚੇਂਜ ਕਰ ਲਈਏ, ਆਪਣੇ ਆਪ ਨੂੰ ਚੇਂਜ ਕਰ ਲਈਏ, ਆਪਣੇ ਆਪ ਨੂੰ ਬਦਲ ਲਈਏ। ਹੁਣ ਇਹ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਦਲ ਸਕਦੇ ਹਾਂ। ਜੀ, ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸੂਗੀ ਕਿ ਜਦੋਂ ਸਟ੍ਰੈਸ ਹੁੰਦਾ ਅਸੀਂ ਇਮੀਡੀਏਟ ਰਿਲੀਫ ਲਈ ਕੀ ਕਰਨਾ। ਰਿਲੀਫ ਲਈ ਕਰਨਾ ਹੈ ਕਿ ਜਿਹੜਾ ਚੀਜ਼ ਸਾਨੂੰ ਸਟ੍ਰੈਸ ਦੇ ਰਹੀ ਹੈ ਉਸ ਤੋਂ ਥੋੜ੍ਹੀ ਦੇਰ ਲਈ ਅਸੀਂ ਪਰੇ ਹੋ ਜਾਈਏ। ਜੇ ਘਰ 'ਚ ਕੋਈ ਲੜਾਈ ਝਗੜਾ ਹੋ ਰਿਹਾ, ਸਾਨੂੰ ਸਟ੍ਰੈਸ ਦੇ ਰਿਹਾ, ਅਸੀਂ ਉਸ ਤੋਂ ਦੂਜੇ ਕਮਰੇ ਚਲ ਜਾਈਏ, ਬਾਹਰ ਨਿਕਲ ਥੋੜ੍ਹੀ ਦੇਰ ਰੁਕ ਕੇ ਬੈਠ ਜਾਈਏ। ਸੋ ਇੱਕਦਮ ਅਸੀਂ ਉਸ ਜਗ੍ਹਾ ਤੋਂ ਥੋੜ੍ਹਾ ਜਿਹਾ ਉਸ ਹਾਲਾਤ ਤੋਂ ਦੂਰ ਹੋ ਜਾਈਏ ਔਰ ਜਾ ਕੇ ਬਾਹਰ ਬੈਠ ਕੇ ਲੰਬੇ ਲੰਬੇ ਸਾਹ ਲਈਏ। ਓਕੇ, ਅਗਰ ਸਾਨੂੰ ਲੱਗ ਰਿਹਾ ਕਿ ਇਸ ਦਾ ਅਸਰ ਸਾਡੇ ਉੱਤੇ ਹੋ ਰਿਹਾ ਤੇ ਅਸੀਂ ਲੰਬੇ ਸਾਹ ਲਈਏ। ਜਦੋਂ ਅਸੀਂ ਲੰਬੇ ਸਾਹ ਲਵਾਂਗੇ ਤਾਂ ਜਿਹੜੀ ਅੱਛੀ ਜਿਹੜੀ ਸਵੱਛ ਸਾਫ਼ ਆਕਸੀਜਨ ਹੈ ਉਹਦੀ ਸਪਲਾਈ ਸਾਡੇ ਦਿਲ ਨੂੰ ਜਾਏਗੀ, ਸਾਡੇ ਦਿਮਾਗ ਨੂੰ ਜਾਏਗੀ, ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਜਾਏਗੀ ਔਰ ਸਾਡੇ ਖੂਨ ਨੂੰ ਵੀ ਆਕਸੀਜਨ, ਸਾਫ਼ ਆਕਸੀਜਨ ਮਿਲੇਗੀ। ਸੋ ਇਸ ਦਾ ਜਿਹੜਾ ਸਾਡੇ ਸਰੀਰ ਦੇ ਜਿਹੜੇ ਹਾਰਮੋਨਸ ਹੈ ਉਹਨਾਂ ਦਾ ਤੇ ਚੰਗਾ ਪ੍ਰਭਾਵ ਪਏਗਾ ਔਰ ਸਾਡਾ ਤਣਾਅ ਜਿਹੜਾ ਇੱਕੋ ਸਾਡੀਆਂ ਸਾਹਾਂ ਦੇ ਨਾਲ, ਅਸੀਂ ਲੰਬੇ ਸਾਹ ਲੈ ਰਹੇ ਹਾਂ, ਸਾਡੇ ਸਾਹਾਂ ਦੇ ਨਾਲ ਸਰੀਰ ਤੋਂ ਬਾਹਰ ਆ ਜਾਏਗਾ ਸਾਡਾ ਤਣਾਅ। ਜੀ। ਔਰ ਦੂਜੀ ਗੱਲ ਹੈ ਕਿ ਕਿਸੇ ਹੋਰ ਨਾਲ, ਆਪਣੇ ਮਿੱਤਰ ਨਾਲ, ਦੋਸਤ ਨਾਲ, ਮਾਤਾ ਪਿਤਾ ਨਾਲ ਜਾਂ ਕਿਸੇ ਭੈਣ ਭਰਾ ਨਾਲ, ਰਿਸ਼ਤੇਦਾਰ ਨਾਲ ਜੋ ਕਿ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ, ਤੁਹਾਨੂੰ ਵੀ ਸਮਝਦਾ ਹੈ, ਤੁਹਾਡੇ ਹਾਲਾਤ ਸਮਝਦਾ ਹੈ ਔਰ ਜਿਸ ਤੇ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਤੁਹਾਡਾ ਮਜ਼ਾਕ ਨਹੀਂ ਬਣਾਏਗਾ, ਜਿਸ ਤੇ ਤੁਹਾਨੂੰ ਵਿਸ਼ਵਾਸ ਹੈ ਉਸ ਨਾਲ ਗੱਲ ਕਰੋ। ਇਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਸਟ੍ਰੈਸਡ ਹੋ, ਕਿਉਂਕਿ ਲਾਕਡਾਊਨ 'ਚ ਦੇਖਣ 'ਚ ਆਇਆ ਕਿ ਸੁਸਾਈਡ ਵੀ ਬਹੁਤ ਹੋਇਆ। ਕਿਉਂਕਿ ਇਹ ਤਾਂ ਬਹੁਤ ਲੰਬਾ ਟੌਪਿਕ ਹੈ, ਪਰ ਸੁਸਾਈਡ ਰੇਟ ਵੀ ਜਿਹੜਾ ਬਹੁਤ ਜ਼ਿਆਦਾ ਲਾਕਡਾਊਨ 'ਚ ਵੱਧ ਗਿਆ। ਇਹ ਤਣਾਅ ਕਾਰਨ ਹੀ ਹੋਇਆ, ਡਿਪਰੈਸ਼ਨ ਕਰਕੇ ਹੀ ਹੋਇਆ। ਸੋ ਫੀਲਿੰਗਸ ਕੀਤੀਆਂ ਗਈਆਂ, ਸੋ ਫੀਲਿੰਗਸ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਨਾਲ ਵੀ ਆਰਾਮ ਥੋੜਾ ਮਿਲ ਸਕਦਾ। ਹਾਂ, ਬਹੁਤ ਜ਼ਰੂਰੀ ਹੈ ਕਿ ਜਿਹੜਾ ਇਨਸਾਨ ਤੁਹਾਡੇ ਹਾਲਾਤ ਸਮਝਦਾ ਹੈ, ਜਿਹੜਾ ਤੁਹਾਨੂੰ ਸਮਝਦਾ ਹੈ ਔਰ ਜਿਹਦੇ ਤੇ ਤੁਹਾਨੂੰ ਵਿਸ਼ਵਾਸ ਹੈ, ਉਸ ਨਾਲ ਤੁਸੀਂ ਗੱਲ ਕਰੋ ਔਰ ਇਸ ਦਾ ਫਾਇਦਾ ਇਹ ਹੋਏਗਾ ਕਿ ਤੁਹਾਡਾ ਪਹਿਲੀ ਗੱਲ ਤੇ ਤੁਹਾਡਾ ਮਨ ਹਲਕਾ ਹੋ ਜਾਏਗਾ। ਓਕੇ ਜੀ, ਠੀਕ ਹੈ। ਔਰ ਦੂਜੀ ਗੱਲ ਹੈ ਕਿ ਤੁਹਾਡਾ ਜਿਹੜਾ ਦੁੱਖ ਹੈ ਉਹ ਵੰਡਿਆ ਜਾਏਗਾ। ਮਨ ਹਲਕਾ ਹੋ ਜਾਏਗਾ, ਦੁੱਖ ਵੰਡਿਆ ਜਾਏਗਾ। ਦੁੱਖ ਵੰਡਿਆ ਹਮੇਸ਼ਾ ਘਟਦਾ ਜੀ। ਔਰ ਇੱਕ ਗੱਲ ਇਹ ਹੈ ਕਿ ਦੂਸਰਾ ਬੰਦਾ, ਕਈ ਵਾਰ ਜਿਹੜਾ ਦੂਸਰਾ ਸਾਹਮਣੇ ਵਾਲਾ ਬੰਦਾ ਤੁਹਾਨੂੰ ਸਮੱਸਿਆ ਦਾ ਕੋਈ ਨਾ ਕੋਈ ਹੱਲ ਦੱਸੇਗਾ। ਕਈ ਵਾਰ ਉਹੀ ਚੀਜ਼ ਤੁਸੀਂ ਉਹਨੂੰ ਜਾਂ ਤਾਂ ਨੈਗੇਟਿਵਲੀ ਲੈ ਰਹੇ ਹੋ ਜਾਂ ਤੁਹਾਨੂੰ ਉਹਦਾ ਹੱਲ ਨਹੀਂ ਸੁੱਝ ਰਿਹਾ ਵੀ ਮੈਂ ਹੁਣ ਕੀ ਕਰਾਂ, ਤਾਂ ਦੂਜਾ ਬੰਦਾ ਤੁਹਾਨੂੰ ਤੁਹਾਡੇ ਹਾਲਾਤ ਨੂੰ ਸਮਝ ਕੇ ਤੁਹਾਨੂੰ ਉਸ ਦਾ ਹੱਲ ਦੱਸੇਗਾ। ਸੋ ਜਦੋਂ ਵੀ ਤੁਸੀਂ ਕਿਸੇ ਮੁਸੀਬਤ 'ਚ ਹੋਵੋ, ਆਪਣੇ ਕਿਸੇ ਰਿਸ਼ਤੇਦਾਰ, ਭੈਣ ਭਰਾ ਨਾਲ, ਆਪਣੇ ਕਿਸੇ ਕੌਨਫੀਡੈਂਟ ਪਰਸਨ ਨਾਲ ਗੱਲ ਜ਼ਰੂਰ ਕਰੋ, ਆਪਣੀ ਪ੍ਰੋਬਲਮ ਜ਼ਰੂਰ ਸ਼ੇਅਰ ਕਰੋ। ਜੇ ਤੁਹਾਨੂੰ ਲੱਗ ਰਿਹਾ ਕਿ ਇਸ ਨੂੰ ਤੁਹਾਨੂੰ ਬਹੁਤ ਜ਼ਰੂਰ ਲੋੜ ਹੈ ਕਿ ਤੁਹਾਨੂੰ ਕਿਸੇ ਦੀ ਸਲਾਹ ਲੈਣੀ ਚਾਹੀਦੀ ਹੈ, ਤੁਹਾਡਾ ਮਨ ਕਰ ਰਿਹਾ, ਤਾਂ ਜ਼ਰੂਰ ਝਿਜਕੋ ਨਾ, ਤੁਸੀਂ ਸ਼ੇਅਰ ਕਰੋ। ਔਰ ਇਸ ਤੋਂ ਇਲਾਵਾ ਕੋਈ ਚੰਗਾ ਸੰਗੀਤ, ਚਾਹੇ ਕੋਈ ਧਾਰਮਿਕ ਸੰਗੀਤ ਹੋਵੇ, ਉਹ ਸੁਣੋ। ਜਿਵੇਂ ਧਾਰਮਿਕ ਸੰਗੀਤ ਅਸੀਂ ਗੁਰਬਾਣੀ ਸੁਣੀਏ, ਕੋਈ ਭਜਨ ਸੁਣੀਏ ਤਾਂ ਸਾਡੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਤਾਂ ਕੋਈ ਵੀ ਜਿਹੜਾ ਵੀ ਤੁਹਾਨੂੰ ਸਕੂਨ ਦੇਣ ਵਾਲਾ ਸੰਗੀਤ ਹੈ ਉਸ ਨੂੰ ਸੁਣੋ। ਉਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਡਾ ਦਿਮਾਗ ਸ਼ਾਂਤ ਹੋ ਜਾਏਗਾ, ਮਨ ਸ਼ਾਂਤ ਹੋ ਜਾਏਗਾ। ਔਰ ਇਹਦੇ ਨਾਲ ਇੱਕ ਇਹ ਫਾਇਦਾ ਕਿ ਜਿਹੜਾ ਤੁਹਾਡਾ ਧਿਆਨ ਹੈ ਵੰਡਿਆ ਜਾਏਗਾ, ਤੁਹਾਡੀ ਅਟੈਂਸ਼ਨ ਹੈ ਉਹ ਡਾਇਵਰਟ ਹੋ ਜਾਏਗੀ ਜੀ। ਸੋ ਇਹ ਤਾਂ ਸੀਗੇ ਕਿ ਇੱਕਦਮ ਇਮੀਡੀਏਟ ਰਿਲੀਫ ਦੇ ਤਰੀਕੇ। ਬਿਲਕੁਲ। ਪਰ ਜੇ ਅਸੀਂ ਆਪਣੇ ਇਸ ਸਟ੍ਰੈਸ ਦਾ
ਕੋਈ ਵੀ ਮਾੜਾ ਇਫੈਕਟ ਨਹੀਂ ਲੈਣਾ ਚਾਹੁੰਦੇ ਔਰ ਅਸੀਂ ਲੰਬੇ ਸਮੇਂ ਤੱਕ ਇਹਦਾ ਇਲਾਜ ਕਰਨਾ ਚਾਹੁੰਦੇ ਹਾਂ, ਲੌਂਗ ਟਰਮ ਜਿਹਨੂੰ ਅਸੀਂ ਕਹਿੰਦੇ ਟ੍ਰੀਟਮੈਂਟ, ਲੰਬਾ ਇਲਾਜ ਕਰਨਾ ਚਾਹੁੰਦੇ ਹਾਂ, ਤਾਂ ਸਭ ਤੋਂ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਬਦਲਣਾ ਪਏਗਾ। ਸਾਨੂੰ ਆਪਣੇ ਆਪ ਨੂੰ ਬਦਲਣਾ ਪਏਗਾ। ਉਹ ਅਸੀਂ ਕਿਸ ਤਰ੍ਹਾਂ ਬਦਲਣਾ? ਆਪਣੀ ਲਾਈਫ ਸਟਾਈਲ ਨੂੰ ਬਦਲ ਕੇ, ਆਪਣੀ ਜੀਵਨ ਸ਼ੈਲੀ ਨੂੰ ਸਾਨੂੰ ਬਦਲਣਾ ਪਏਗਾ, ਆਪਣੀ ਜੀਵਨ ਸ਼ੈਲੀ ਨੂੰ ਸੁਧਾਰਨਾ ਪਏਗਾ, ਇਹਨੂੰ ਹੋਰ ਮਜ਼ਬੂਤ ਕਰਨਾ ਪਏਗਾ। ਹੁਣ ਤੁਸੀਂ ਕਹੋਗੇ ਕਿ ਅਸੀਂ ਲਾਈਫ ਸਟਾਈਲ ਜਾਂ ਆਪਣੀ ਜੀਵਨ ਸ਼ੈਲੀ ਨੂੰ ਕਿਵੇਂ ਬਦਲ ਸਕਦੇ ਹਾਂ? ਬਿਲਕੁਲ ਇੱਥੇ ਨਾ ਇੱਕ ਗੱਲ ਹੋਰ ਆ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਨੇ ਕਈ ਵਾਰੀ ਏਦਾਂ ਕਹਿੰਦੇ ਨੇ ਵੀ ਸਾਨੂੰ ਸਾਡੇ ਹਾਲ ਤੇ ਰਹਿਣ ਦਿਓ, ਅਸੀਂ ਨਹੀਂ ਬਦਲ ਸਕਦੇ, ਅਸੀਂ ਬਦਲਣਾ ਨਹੀਂ ਚਾਹੁੰਦੇ, ਸਾਨੂੰ ਕੋਈ ਬਦਲਣ ਦੀ ਕੋਸ਼ਿਸ਼ ਨਾ ਕਰੇ। ਸੋ ਏਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ, ਤੁਸੀਂ ਕੀ ਕਹੋਗੇ? ਹਾਂ, ਮੈਂ ਇਹ ਕਹੂੰਗੀ ਕਿ ਜਦੋਂ ਇਨਸਾਨ ਦੇ ਉੱਤੇ ਮਾੜਾ ਇਫੈਕਟ ਹੁੰਦਾ ਨਾ ਤਾਂ ਉਹ ਆਪਣੇ ਆਪ ਹੀ ਸੋਚਦਾ ਮੈਂ ਇਹਦਾ ਕੀ ਹੱਲ ਕਰਾਂ। ਤੇ ਕਈ ਵਾਰੀ ਜਿਹੜੀ ਸਾਡੀ ਦੱਸੀ ਗੱਲ ਹੈ, ਜੇ ਕੋਈ ਕਿਸੇ ਨੇ ਸੁਣੀ ਹੋਏਗੀ, ਸੋਚੀ ਹੋਏਗੀ, ਤਾਂ ਕਦੇ ਨਾ ਕਿਤੇ ਉਸ ਇਨਸਾਨ ਤੇ ਉਸ ਦਾ ਅਸਰ ਹੋ ਸਕਦਾ ਹੈ। ਤਾਂ ਇਸ ਕਰਕੇ ਮੈਂ ਇਹ ਕਹਾਂਗੀ ਕਿ ਜਿਹੜੀ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਸਭ ਤੋਂ ਸਾਡੀ ਜੀਵਨ ਸ਼ੈਲੀ 'ਚ ਮੋਟੀਆਂ-ਮੋਟੀਆਂ 4 ਚੀਜ਼ਾਂ ਮੈਂ ਤੇ ਫੋਕਸ ਕਰਾਂਗੀ। ਆਪਣੇ ਆਹਾਰ, ਵਿਹਾਰ, ਆਚਾਰ ਅਤੇ ਵਿਚਾਰ, ਇਹਨਾਂ ਵਿੱਚ ਤਬਦੀਲੀ ਲਿਆਉਣੀ ਬਹੁਤ ਜ਼ਰੂਰੀ ਹੈ। ਆਹਾਰ ਮਤਲਬ ਫੂਡ, ਵਿਹਾਰ ਇਜ਼ ਆਰ ਬਿਹੇਵੀਅਰ, ਸਾਡੀਆਂ ਐਕਟੀਵਿਟੀਜ਼, ਆਚਾਰ ਸਾਡੀਆਂ ਆਦਤਾਂ, ਸਾਡਾ ਕਰੈਕਟਰ, ਅਤੇ ਵਿਚਾਰ ਸਾਡੀ ਸੋਚਣ ਦੀ ਜਿਹੜੀ ਥਿੰਕਿੰਗ ਹੈ, ਥਿੰਕਿੰਗ ਪੈਟਰਨ ਹੈ, ਸੋਚਣ ਦੀ ਜਿਹੜਾ ਤਰੀਕਾ ਹੈ, ਥਿੰਕਿੰਗ। ਇਹਨਾਂ 4 ਚੀਜ਼ਾਂ ਵਿੱਚ ਤਬਦੀਲੀ ਲਿਆਉਣੀ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਪਹਿਲੀ ਗੱਲ ਤੇ ਕਈ ਵਾਰ ਆਪਾਂ ਹੈਰਾਨ ਹੋਣੇ ਕਿ ਆਹਾਰ ਵਿੱਚ ਵੀ ਤਬਦੀਲੀ ਲਿਆਉਣੀ ਪਏਗੀ। ਜੀ ਹਾਂ, ਸਾਨੂੰ ਆਪਣੇ ਆਹਾਰ ਵਿੱਚ ਵੀ ਤਬਦੀਲੀ ਲਿਆਉਣੀ ਪਏਗੀ। ਤੁਸੀਂ ਕਈ ਲੋਕ ਕੀ ਹੁੰਦੇ ਆ ਕਿ ਜਦੋਂ ਕਿਸੇ ਪਰੇਸ਼ਾਨੀ 'ਚ ਹੁੰਦੇ ਆ ਤਾਂ ਜਾਂ ਤਾਂ ਬਹੁਤ ਜ਼ਿਆਦਾ ਖਾਣਾ ਖਾਣ ਲੱਗ ਜਾਂਦੇ ਆ, ਜਾਂ ਫਿਰ ਕੀ ਕਰਨਗੇ, ਬਾਹਰ ਜੰਕ ਫੂਡ ਆਰਡਰ ਕਰਨਗੇ ਔਰ ਜੰਕ ਫੂਡ ਜਿਹੜਾ ਉਹ ਖਾਣਾ ਸ਼ੁਰੂ ਕਰ ਦਿੰਦੇ ਆ। ਪਰ ਗੱਲ ਇਹ ਕਿ ਜਿਹੜਾ ਵੀ ਅਸੀਂ ਜੰਕ ਫੂਡ ਖਾਂਦੇ ਹਾਂ ਸਾਨੂੰ ਇਹ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ ਜੋ ਵੀ ਅਸੀਂ ਪ੍ਰੋਸੈਸਡ ਜੰਕ ਫੂਡ, ਬਾਜ਼ਾਰੀ ਫੂਡ ਖਾਂਦੇ ਹਾਂ ਉਸ ਵਿੱਚ ਕਈ ਤਰ੍ਹਾਂ ਦੇ ਕੈਮੀਕਲਸ ਪਾਏ ਹੁੰਦੇ ਨੇ, ਜਿਹੜਾ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਪ੍ਰੀਜ਼ਰਵੇਟਿਵਸ ਔਰ ਕੈਮੀਕਲਸ ਪਾਏ ਹੁੰਦੇ ਹਨ, ਔਰ ਇਹ ਸਾਡੇ ਹਾਰਮੋਨਸ ਤੇ ਮਾੜਾ ਅਸਰ ਪਾਉਂਦੇ ਹਨ। ਔਰ ਇਹ ਸਗੋਂ ਸਾਨੂੰ ਇਹਦੇ ਨਾਲ ਕੀ ਹੈ ਕਿ ਇਹਨਾਂ ਜਿਹੜੇ ਕੈਮੀਕਲਸ ਨਾਲ, ਇਹਨਾਂ ਨਾਲ ਸਾਡੇ ਜਿਹੜੀ ਇਮਿਊਨਿਟੀ ਹੈ ਇੱਕ ਤਾਂ ਕਈ ਵਾਰੀ ਘਟਦੀ ਹੈ, ਔਰ ਦੂਜੀ ਗੱਲ ਹੈ ਕਿ ਸਾਨੂੰ ਤਣਾਅ ਸਗੋਂ ਛੇਤੀ ਹੋ ਜਾਂਦਾ ਇਹਨਾਂ ਕੈਮੀਕਲਸ ਨਾਲ। ਕਈ ਤਰ੍ਹਾਂ ਦੇ ਕੈਮੀਕਲਸ, ਐਡੀਟਿਵਸ, ਪ੍ਰੀਜ਼ਰਵੇਟਿਵਸ ਪਾਏ ਹੁੰਦੇ ਹਨ ਕਿ ਅਸੀਂ ਜੇ ਕਦੀ ਖਾ ਰਹੇ ਹਾਂ ਤਾਂ ਕੋਈ ਐਸੀ ਗੱਲ ਨਹੀਂ, ਪਰ ਜੋ ਅਸੀਂ ਬਾਰ-ਬਾਰ ਉਹੀ ਜੰਕ ਫੂਡ ਖਾਵਾਂਗੇ ਤੇ ਉਹਦੇ ਨਾਲ, ਕਿਉਂਕਿ ਜਿਵੇਂ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਆਦਤ ਹੈ, ਘਰ ਇਹ ਖਾਣਾ ਬਣਿਆ, ਆਹ ਬਣੀ ਹੈ, ਚਲੋ ਨਹੀਂ ਪਸੰਦ, ਫੋਨ ਕਰੋ, ਆਰਡਰ ਕਰੋ, ਘਰ ਚੀਜ਼ ਮੰਗਵਾਓ। ਔਰ ਸਾਨੂੰ ਨਹੀਂ ਪਤਾ ਕਿ ਬਾਹਰ ਜਿਹੜੇ ਬਣਾਉਣ ਵਾਲੇ ਉਹਨਾਂ ਨੇ ਕੀ ਉਹਦੇ ਵਿੱਚ ਪਾਇਆ, ਕਿਹੜੇ ਪ੍ਰੀਜ਼ਰਵੇਟਿਵਸ ਪਾਏ ਆ, ਜਾਂ ਕਦੋਂ ਦਾ ਖਾਣਾ ਬਣਿਆ ਪਿਆ ਹੈ, ਕਦੋਂ ਦਾ ਬਣਿਆ ਪਿਆ। ਸੋ ਇਸ ਕਰਕੇ ਘਰ ਦਾ ਤਾਜ਼ਾ ਜਿਹੜਾ ਸਾਦਾ ਭੋਜਨ ਹੈ ਉਹ ਬੈਸਟ ਹੈ। ਤੁਸੀਂ ਕੋਈ ਵੀ ਕੁਛ ਵੀ ਬਣਾਉਣਾ ਆਪਣੇ ਘਰ ਬਣਾ ਕੇ ਖਾਓਗੇ, ਐਟਲੀਸਟ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਉਹਦੇ ਵਿੱਚ ਕੀ ਪਾਇਆ। ਸੋ ਇਸ ਕਰਕੇ ਜੰਕ ਫੂਡ ਜਿਹੜਾ ਉਹ ਅਵੋਇਡ ਕਰਨਾ ਚਾਹੀਦਾ। ਜ਼ਰੂਰੀ ਨਹੀਂ ਕਿ ਜੰਕ ਫੂਡ ਨਾਲ ਹੀ ਤੁਹਾਡਾ ਮੂਡ ਠੀਕ ਹੋਏਗਾ, ਪਰ ਇੱਕ ਮੈਂ ਤੁਹਾਨੂੰ ਦੱਸਾਂ ਕਿ ਇਹਦੇ 'ਚ ਨਾ ਜੰਕ ਫੂਡ ਵਿੱਚ ਜਿਹੜੇ ਕੈਮੀਕਲਸ ਉਹਨਾਂ 'ਚ ਕੁਛ ਟੌਕਸਿਨਸ ਹੁੰਦੇ ਜਿਹਨਾਂ ਨੂੰ ਕਿ ਜ਼ਹਿਰੀਲੇ ਪਦਾਰਥ ਹੁੰਦੇ ਕਹਿੰਦੇ ਆ, ਔਰ ਇਹ ਜ਼ਹਿਰੀਲੇ ਪਦਾਰਥ ਸਾਡੀ ਸਿਹਤ ਨੂੰ ਵੈਸੇ ਵੀ ਖਰਾਬ ਕਰਦੇ ਆ। ਔਰ ਜਦੋਂ ਵੀ ਸਾਨੂੰ ਜ਼ਿੰਦਗੀ 'ਚ ਵੈਸੇ ਵੀ ਇਮਿਊਨਿਟੀ ਡਿਵੈਲਪ ਕਰਨ ਲਈ ਵੀ, ਆਪਣੇ ਹਾਰਮੋਨਸ ਲਈ ਵੱਧ ਤੋਂ ਵੱਧ ਫਲਾਂ ਅਤੇ ਸਬਜ਼ੀਆਂ ਦਾ ਪ੍ਰਯੋਗ ਕਰਨਾ ਚਾਹੀਦਾ। ਫਲਾਂ ਅਤੇ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਵਿੱਚ ਅਜਿਹੇ ਖੁਰਾਕੀ ਤੱਤ ਹੁੰਦੇ ਹੈ, ਮਿਨਰਲਸ ਹੁੰਦੇ ਹੈ, ਜਿਵੇਂ ਕਿ ਮੈਂ ਮੋਟੇ ਤੌਰ 'ਤੇ ਦੱਸ ਰਹੀ ਹਾਂ, ਪੋਟੈਸ਼ੀਅਮ ਹੈ, ਮੈਗਨੀਸ਼ੀਅਮ ਹੈ, ਹੋਰ ਵੀ ਬਹੁਤ ਸਾਰੇ ਵਿਟਾਮਿਨਸ ਔਰ ਮਿਨਰਲਸ ਹੈਗੇ ਹੈ ਜਿਹੜੇ ਕਿ ਸਾਡੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ, ਸਾਨੂੰ ਇਮਿਊਨਿਟੀ ਦਿੰਦੇ ਹਨ, ਸਾਡਾ BP ਔਰ ਸ਼ੂਗਰ ਲਈ ਵੀ ਬਹੁਤ ਚੰਗੇ ਹੁੰਦੇ ਹਨ, BP ਔਰ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਹਨ। ਸੋ ਇਸ ਕਰਕੇ ਸਾਨੂੰ ਆਪਣੀ ਖੁਰਾਕ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ, ਔਰ ਜੰਕ ਫੂਡ ਘੱਟ ਕਰਨਾ ਚਾਹੀਦਾ। ਔਰ ਕਈ ਲੋਕ ਤਾਂ ਹੈ ਕਿ ਜਦੋਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰ ਦਿੰਦੇ ਹਨ। ਔਰ ਸਾਨੂੰ ਸਭ ਨੂੰ ਪਤਾ ਹੈ, ਇਹ ਫਿਰ ਇੱਕ ਵੱਖਰਾ ਟੌਪਿਕ ਹੈ, ਪਰ ਮੈਂ ਮੋਟੇ ਤੌਰ 'ਤੇ ਤੁਹਾਨੂੰ ਦੱਸੂੰਗੀ ਕਿ ਸ਼ਰਾਬ, ਸਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਸਿਹਤ, ਸਾਡੇ ਪਰਿਵਾਰਿਕ ਸੁੱਖ ਸ਼ਾਂਤੀ, ਸਾਡੇ ਪਰਿਵਾਰ ਦੀ ਸਿਹਤ, ਸਾਡੀ ਆਰਥਿਕ ਹਾਲਤ, ਇਸ 'ਤੇ ਮਾੜਾ ਅਸਰ ਪਾਉਂਦੀ ਹੈ। ਔਰ ਇਸ ਨਾਲ ਫਿਰ ਕੀ ਹੈ, ਸਾਡਾ ਤਣਾਅ ਵੱਧਦਾ ਘਟਦਾ ਨਹੀਂ ਹੈ। ਉਹ ਮੋਮੈਂਟੈਰੀਲੀ ਥੋੜੀ ਦੇਰ ਲਈ ਅਸੀਂ ਠੀਕ ਹੈ, ਪੀ ਕੇ ਬੰਦਾ ਸੌਂ ਗਿਆ ਔਰ ਤਣਾਅ ਮੁਕਤ ਹੋ ਗਿਆ, ਪਰ ਇਹਦੇ ਨਾਲ ਤਣਾਅ ਵੱਧਦਾ ਘਟਦਾ ਨਹੀਂ ਹੈ।
ਜੀ ਔਰ ਫਿਰ ਆਉਂਦੀ ਨੈਕਸਟ ਗੱਲ ਕਿ ਹਾਂਜੀ ਨੈਕਸਟ ਗੱਲ ਆਉਂਦੀ ਅਸੀਂ ਆਪਣੇ ਵਿਹਾਰ ਅਤੇ ਆਚਾਰ ਵਿੱਚ ਕਿਵੇਂ ਤਬਦੀਲੀ ਕਰ ਸਕਦੇ ਹਾਂ, ਅਸੀਂ ਆਪਣੇ ਬਿਹੇਵੀਅਰ ਔਰ ਅਸੀਂ ਆਪਣੀਆਂ ਹੈਬਿਟਸ ਵਿੱਚ ਕਿਵੇਂ ਤਬਦੀਲੀ ਕਰ ਸਕਦੇ ਹਾਂ। ਇਹ ਤੁਹਾਨੂੰ ਮੈਂ ਮਤਲਬ ਇੱਦਾਂ ਹੈ ਕਿ ਤਣਾਅ ਤੋਂ ਮੁਕਤ ਹੋਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰ, ਆਪਣੀਆਂ ਹੈਬਿਟਸ, ਇਹਨਾਂ ਨੂੰ ਅਸੀਂ ਤਬਦੀਲ ਕਰੀਏ ਜੀ। ਆਪਣੇ ਆਪ ਨੂੰ ਸਭ ਤੋਂ ਪਹਿਲੀ ਗੱਲ ਹੈ, ਬੜੀ ਸਿੰਪਲ ਜੀ ਪ੍ਰੈਕਟੀਕਲ ਗੱਲ ਹੈ ਕਿ ਅਸੀਂ ਆਪਣੇ ਕੰਮ ਨੂੰ ਆਰਗੇਨਾਈਜ਼ ਕਰੀਏ, ਸੁਯੋਜਿਤ ਤਰੀਕੇ ਨਾਲ ਕਰਨਾ ਸ਼ੁਰੂ ਕਰੀਏ। ਆਪਣੇ ਆਪ ਨੂੰ ਜੇ ਅਸੀਂ ਆਰਗੇਨਾਈਜ਼ ਕਰਾਂਗੇ ਔਰ ਸਾਡਾ ਤਣਾਅ ਘਟੇਗਾ ਜੀ। ਔਰ ਅਜਿਹਾ ਕਰਨ ਨਾਲ ਕੀ ਹੈ ਕਿ ਇੱਕ ਤਾਂ ਜਿਵੇਂ ਹੁਣ ਕੋਈ ਆਫਿਸ ਦਾ ਕੰਮ ਹੈ ਜਾਂ ਘਰ ਦਾ ਕੰਮ ਹੈ, ਤਾਂ ਜਦੋਂ ਅਸੀਂ ਆਪਣੇ ਆਪ ਨੂੰ ਆਰਗੇਨਾਈਜ਼ ਕਰਾਂਗੇ ਤਾਂ ਸਾਡਾ ਤਣਾਅ ਜਿਹੜਾ ਉਹ ਅੱਧਾ ਰਹਿ ਜਾਏਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਵੀਕਲੀ, ਹਫ਼ਤਾਵਾਰੀ ਜਿਹੜਾ ਉਹ ਸ਼ਡਿਊਲ ਬਣਾਈਏ, ਟਾਈਮ ਟੇਬਲ ਬਣਾਈਏ। ਅਸੀਂ ਆਪਣਾ ਡੇਲੀ ਟਾਈਮ ਟੇਬਲ ਬਣਾਈਏ, ਡੇਲੀ ਰੂਟੀਨ ਬਣਾਈਏ ਔਰ ਦਫ਼ਤਰ ਛੱਡਣ ਤੋਂ ਪਹਿਲਾਂ ਅਸੀਂ ਸੋਚ ਕੇ ਜਾਈਏ ਕੱਲ੍ਹ ਨੂੰ ਆ ਕੇ ਅਸੀਂ ਕੀ ਕਰਨਾ ਜੀ, ਹੈ ਨਾ। ਔਰ ਕੱਲ੍ਹ ਆ ਕੇ ਸਾਡੀ ਸਭ ਤੋਂ ਪਹਿਲਾਂ ਪ੍ਰਾਇਰਟੀ ਕੀ ਹੈ, ਕੀ ਅਸੀਂ ਸਭ ਤੋਂ ਪਹਿਲਾਂ ਕੰਮ ਕਰਨਾ ਹੈ। ਔਰ ਇਹ ਬਹੁਤ ਜ਼ਰੂਰੀ ਹੈ। ਔਰ ਕੰਮਕਾਜੀ ਲੋਕਾਂ ਨੂੰ ਨਾ ਸਿਰਫ ਮਹਿਲਾਵਾਂ ਨੂੰ, ਮੈਂ ਤਾਂ ਇਹ ਵੀ ਕਹਾਂਗੀ ਕਿ ਪੁਰਸ਼ਾਂ ਨੂੰ ਵੀ, ਨਾਟ ਓਨਲੀ ਵਿਮਨ ਬਟ ਮੈਨ ਆਲਸੋ, ਸਿਰਫ ਮਹਿਲਾਵਾਂ ਨੂੰ ਹੀ ਨਹੀਂ ਬਟ ਪੁਰਸ਼ਾਂ ਨੂੰ ਵੀ ਇਹ ਪਤਾ ਹੈ ਕਿ ਅਸੀਂ ਸਵੇਰੇ ਦਫ਼ਤਰ ਜਾਣਾ ਤਾਂ ਉਹ ਅਗਲੇ ਦਿਨ ਦੀ ਜਿਹੜੀ ਪਲੈਨਿੰਗ ਹੈ, ਤਿਆਰੀ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਰਕੇ ਰੱਖਣ। ਕਈ ਵਾਰ ਕੀ ਹੁੰਦਾ ਕਿ ਅਸੀਂ ਸਵੇਰੇ ਇਹ ਸੋਚਦੇ ਹਾਂ, ਅਕਸਰ ਕੀ ਹੁੰਦਾ ਸਵੇਰੇ ਸੋਚਦੇ ਹਾਂ ਸਵੇਰੇ ਨਾਸ਼ਤਾ ਕੀ ਬਣਾਉਣਾ ਹਾਂ, ਔਰ ਸਵੇਰੇ ਲੰਚ ਵਿੱਚ ਕੀ ਪੈਕ ਕਰਕੇ ਦੇਣਾ ਬੱਚਿਆਂ ਨੂੰ। ਸੋ ਕੀ ਕਰਨਗੇ ਕਿ ਸਵੇਰੇ ਉੱਠ ਕੇ ਕਿਚਨ 'ਚ ਜਾ ਕੇ ਖੜੇ ਹੋ ਜਾਣਗੇ, ਅੱਛਾ ਫਰਿੱਜ ਖੋਲ ਕੇ ਦੇਖਣਗੇ ਕਿ ਅਸੀਂ ਹੁਣ ਕੀ ਕਰਨਾ ਹੈ। ਔਰ ਜੈਂਟਸ ਵੀ ਕਈ ਵਾਰੀ ਕਿ ਸਵੇਰੇ ਖੜੇ ਹੋ ਕੇ ਅਲਮਾਰੀ ਅੱਗੇ ਖੜੇ ਹੋ ਕੇ ਫਿਰ ਦੇਖਣਗੇ ਅਸੀਂ ਕਿਹੜੇ ਕੱਪੜੇ ਪਾਉਣੇ ਆ, ਔਰ ਫਿਰ ਸਵੇਰੇ ਕੀ ਕਰਨ, ਕਿਹੜੀ ਡਰੈਸ ਪਾਉਣੀ ਹੈ। ਫਿਰ ਉਹ ਕੀ ਕਰਨਗੇ ਕਿ ਆਪਣੀ ਵਾਈਫ ਨੂੰ ਆਵਾਜ਼ਾਂ ਮਾਰਨਗੇ, ਮੇਰੀ ਟਾਈ ਕਿੱਥੇ ਹੈ, ਮੇਰੀ ਫਲਾਣੀ ਚੀਜ਼ ਕਿੱਥੇ, ਇਹਦੇ ਨਾਲ ਮੈਚਿੰਗ ਟਾਈ ਨਹੀਂ ਮਿਲ ਰਹੀ, ਇਹਦੇ ਨਾਲ। ਸੋ ਅਸੀਂ ਜੇ ਇੱਕ ਦਿਨ ਪਹਿਲਾਂ ਆਪਣੀ ਪਲੈਨਿੰਗ ਕਰਕੇ ਰੱਖਾਂਗੇ, ਅਸੀਂ ਅਗਲੇ ਦਿਨ ਦਫ਼ਤਰ ਕੀ ਲੈ ਕੇ ਜਾਣਾ ਉਸ ਚੀਜ਼ ਨੂੰ ਅਸੀਂ ਤਿਆਰ ਕਰਕੇ ਰੱਖਾਂਗੇ ਜੀ। ਇਹ ਬਹੁਤ ਜ਼ਰੂਰੀ ਹੈ। ਅੱਛਾ, ਤੁਸੀਂ ਆਹਾਰ ਦੀ ਗੱਲ ਕੀਤੀ, ਵਿਹਾਰ ਦੀ, ਆਚਾਰ ਦੀ ਗੱਲ ਵੀ ਕੀਤੀ ਹੈ। ਸੋ ਹੁਣ ਵਿਚਾਰਾਂ ਦੀ ਗੱਲ ਵੀ ਕਰੀ, ਕਿਉਂਕਿ ਸਾਡੇ ਕੋਲ ਸਮਾਂ ਥੋੜਾ ਹੈ ਤੇ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਵਿਚਾਰਾਂ ਦੇ ਵਿੱਚ ਜਿਹੜੀ ਤਬਦੀਲੀ ਹੈ ਉਹ ਕਿੱਦਾਂ ਹੋਵੇ? ਮੈਂ ਬਹੁਤ ਜ਼ਰੂਰੀ ਕੁਝ ਗੱਲਾਂ ਹੋਰ ਕਰਨੀਆਂ ਚਾਹੁੰਦੀ ਹਾਂ ਕਿ ਅਸੀਂ ਬਹੁਤ ਜ਼ਿਆਦਾ ਪਰਫੈਕਸ਼ਨ ਵੱਲ ਨਾ ਜਾਈਏ। ਪਰਫੈਕਸ਼ਨ ਦਾ ਕੀੜਾ ਅਸੀਂ ਆਪਣੇ ਦਿਮਾਗ 'ਚੋਂ ਕੱਢ ਦਈਏ। ਕਈ ਲੋਕ ਇਸ ਕਰਕੇ ਸਟ੍ਰੈਸ ਰਹਿੰਦੇ ਕਿ ਉਹ ਹਰ ਕੰਮ ਨੂੰ ਬੜੀ ਪਰਫੈਕਟਲੀ ਕਰਨਾ ਚਾਹੁੰਦੇ ਆ, ਪਰ ਅਸੀਂ ਇਹ ਸੋਚੀਏ ਕਿ ਅਸੀਂ ਸਾਰੀ ਦੁਨੀਆ ਨੂੰ ਕੰਪੀਟ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਰ ਸਕਦੇ ਕਿ ਸਾਡਾ ਕੰਮ ਸਭ ਤੋਂ ਚੰਗਾ ਹੋਏਗਾ। ਦੁਨੀਆ 'ਚ ਬਹੁਤ ਲੋਕ ਨੇ, ਹਰ ਇੱਕ ਦੀ ਆਪਣੀ ਆਪਣੀ ਕਾਬਲੀਅਤ ਹੈ। ਸੋ ਇੱਕ ਤਾਂ ਅਸੀਂ ਆਪਣੇ ਜਿਹੜੇ ਟੀਚੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਨਿਰਧਾਰਿਤ ਕਰੀਏ, ਨਹੀਂ ਤਾਂ ਇਹ ਵੀ ਸਾਨੂੰ ਸਟ੍ਰੈਸ ਦੇ ਜਾਂਦਾ। ਔਰ ਦੂਸਰੀ ਗੱਲ ਇਹ ਹੈ ਕਿ ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਆਪਣੇ ਲਈ ਸਮਾਂ ਕੱਢਣਾ, ਠੀਕ ਹੈ ਅਸੀਂ ਦੂਜਿਆਂ ਲਈ ਕੰਮ ਕਰਦੇ ਹਾਂ, ਸਾਰੀ ਜ਼ਿੰਦਗੀ ਪੈਸਾ ਕਮਾਉਂਦੇ ਹਾਂ, ਪਰ ਆਪਣੇ ਲਈ ਸਮਾਂ ਨਹੀਂ ਕੱਢਦੇ। ਜਦੋਂ ਅਸੀਂ ਆਪਣੇ ਲਈ ਸਮਾਂ ਕੱਢਣਾ ਮਤਲਬ ਅਸੀਂ ਯੋਗਾ ਕਰੀਏ, ਐਕਸਰਸਾਈਜ਼ ਕਰੀਏ, ਮੈਡੀਟੇਸ਼ਨ ਕਰੀਏ। ਕਿਉਂਕਿ ਕੁਛ ਐਕਸਰਸਾਈਜ਼ ਐਸੀਆਂ, ਜਦੋਂ ਐਕਸਰਸਾਈਜ਼ ਅਸੀਂ ਕਰਦੇ ਹਾਂ ਔਰ ਅਸੀਂ ਮੈਡੀਟੇਸ਼ਨ ਕਰਦੇ ਹਾਂ, ਮੈਡੀਟੇਸ਼ਨ ਭਾਵ ਕੇ ਜੇ ਅਸੀਂ ਅੰਦਰੋਂ ਧਿਆਨ ਲਾਈਏ, ਜਿਹੜੇ ਵੀ ਇਸ਼ਟ ਗੁਰਦੇਵ ਨੂੰ, ਪਰਮਾਤਮਾ ਨੂੰ ਜਿਸ ਰੂਪ 'ਚ ਅਸੀਂ ਯਾਦ ਕਰਦੇ ਹਾਂ ਉਹਨੂੰ ਯਾਦ ਕਰੀਏ, ਤਾਂ ਉਹਦੇ ਨਾਲ ਕੀ ਹੈ ਕਿ ਸਾਡੇ ਕੁਛ ਹੈਪੀਨੈਸ ਹਾਰਮੋਨਸ ਹੈ ਨਾ, ਜਿਵੇਂ ਕਿ ਡੋਪਾਮਾਈਨ ਹੈ, ਆਕਸੀਟੋਸਿਨ ਹੈ, ਇਹ ਪੈਦਾ ਹੁੰਦੇ ਆ। ਤਾਂ ਜਿਹੜੇ ਕਿ ਸਾਡੇ ਦਿਲ ਦੀ, ਸਾਡੇ ਦਿਮਾਗ ਦੀ, ਸਾਡੀ ਸਰੀਰਕ ਸਿਹਤ ਲਈ, ਹੱਡੀਆਂ ਮਾਸਪੇਸ਼ੀਆਂ ਲਈ ਇਹ ਬਹੁਤ ਜ਼ਰੂਰੀ ਹਨ ਔਰ ਬਹੁਤ ਚੰਗਾ ਅਸਰ ਪਾਉਂਦੇ ਹਨ। ਸੋ ਯੋਗਾ, ਐਕਸਰਸਾਈਜ਼, ਮੈਡੀਟੇਸ਼ਨ ਬਹੁਤ ਜ਼ਰੂਰੀ ਹੈ। ਬਾਹਰ ਜਾ ਕੇ ਲੰਬੇ ਲੰਬੇ ਸਾਹ ਲਈਏ। ਔਰ ਜਿਹੜਾ ਦੂਜੀ ਗੱਲ ਹੈ ਕਿ ਕਈ ਵਾਰ ਹੁੰਦਾ ਕਿ ਜਿਹੜੇ ਲੋਕ ਤੁਹਾਨੂੰ ਚੰਗੇ ਲੱਗਦੇ ਹਨ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਜਿਹੜੇ ਸ਼ੌਂਕ, ਔਰ ਵੱਡੀ ਗੱਲ ਮੈਂ ਕਹੂੰਗੀ ਕਿ ਜਿਹੜੇ ਸ਼ੌਂਕ ਜਿਹੜੇ ਤੁਸੀਂ ਜ਼ਿੰਦਗੀ 'ਚ ਆਪਣਾ ਸਮੇਂ ਦੀ ਘਾਟ ਕਰਕੇ ਜਾਂ ਜਿਹੜਾ ਕੰਮ ਤੁਸੀਂ ਨਹੀਂ ਕਰ ਪਾਏ, ਤੁਸੀਂ ਉਹ ਕੰਮ ਕਰੋ। ਆਪਣੀਆਂ ਜਿਹੜੀਆਂ ਇੱਛਾਵਾਂ ਉਹਨਾਂ ਨੂੰ ਪੂਰੀਆਂ ਕਰੋ ਔਰ ਆਪਣੇ ਲਈ ਥੋੜ੍ਹਾ ਟਾਈਮ ਜ਼ਰੂਰ ਰੱਖੋ। ਕਈਆਂ ਨੂੰ ਪੇਂਟਿੰਗ ਦਾ ਸ਼ੌਕ ਹੈ ਔਰ ਲੋਕਡਾਊਨ ਦੌਰਾਨ ਲੋਕਾਂ ਨੇ ਆਪਣੇ ਸ਼ੌਂਕ ਪੂਰੇ ਕੀਤੇ ਵੀ ਹੈ। ਸੋ ਜਿਹੜੀ ਚੀਜ਼ ਕੰਮ ਕਰਨੇ ਤੁਹਾਨੂੰ ਚੰਗੇ ਲੱਗਦੇ ਹੈ, ਜਿਹੜੇ ਤੁਹਾਨੂੰ ਸਕੂਨ ਦਿੰਦੇ ਆ, ਉਹ ਕੰਮ ਕਰੋ। ਪੇਂਟਿੰਗ ਕਰੋ, ਮਿਊਜ਼ਿਕ 'ਚ ਆਪਣੇ ਆਪ ਨੂੰ ਇਨਵੋਲਵ ਕਰੋ
ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਪਰਮਾਤਮਾ ਉੱਤੇ ਛੱਡ ਦਿਓ, ਉਹਦਾ ਭਾਣਾ ਮੰਨੋ, ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਮਤਲਬ ਤੁਸੀਂ ਕਿਸੇ ਵੀ ਇਸ਼ਟ ਗੁਰਦੇਵ ਨੂੰ ਜਿਹਨੂੰ ਯਾਦ ਕਰਦੇ ਹੋ ਉਹਦੇ ਵੱਲ ਧਿਆਨ ਲਗਾਓ, ਅੱਖਾਂ ਬੰਦ ਕਰਕੇ ਮਨ ਵਿੱਚ ਪਰਮਾਤਮਾ ਦਾ ਨਾਮ ਲਓ। ਜੇ ਤੁਸੀਂ ਕੋਈ ਮਿਊਜ਼ਿਕ ਹੈ ਜਾਂ ਕੀਰਤਨ ਸੁਣਨਾ ਚਾਹੁੰਦੇ ਹੋ, ਭਜਨ ਸੁਣਨਾ ਚਾਹੁੰਦੇ ਹੋ, ਉਹ ਸੁਣੋ। ਔਰ ਉਹਦੇ ਨਾਲ ਕੀ ਹੈ ਕਿ ਤਰੀਕੇ ਨੇ, ਵੱਖ-ਵੱਖ ਜਿਹੜੇ ਤਰੀਕੇ ਨੇ ਉਹਨਾਂ ਨੂੰ ਅਪਣਾਇਆ ਜਾ ਸਕਦਾ ਹੈ। ਸੋ ਤੁਸੀਂ ਗੁਲਾਟੀ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਟ੍ਰੈਸ ਦੀ ਪਰਿਭਾਸ਼ਾ ਦੱਸੀ, ਉਸਦੇ ਅਸਰ ਕਿਸ ਤਰ੍ਹਾਂ ਹੋ ਸਕਦਾ, ਉਹਦੇ ਕੀ ਕਾਰਨ ਨੇ ਔਰ ਕਿੱਦਾਂ ਅਸੀਂ ਉਹਦਾ ਹੱਲ ਕਰ ਸਕਦੇ ਹਾਂ, ਇਮੀਡੀਏਟ ਕਿਵੇਂ ਕਰ ਸਕਦੇ ਹਾਂ ਔਰ ਲੌਂਗ ਟਰਮ ਦੇ ਲਈ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ। ਬਹੁਤ ਸੋਹਣੇ ਸੁਝਾਅ ਤੁਸੀਂ ਦਿੱਤੇ ਨੇ। ਮੈਂ ਆਸ ਕਰਦੀ ਹਾਂ ਸਾਡੇ ਸੁਣਨ ਵਾਲੇ ਜ਼ਰੂਰ ਇਹਨਾਂ ਗੱਲਾਂ ਨੂੰ ਫੋਲੋ ਕਰਨਗੇ ਔਰ ਆਪਣੀ ਲਾਈਫ ਨੂੰ ਸਟ੍ਰੈਸ ਫ੍ਰੀ ਰੱਖ ਕੇ ਇੱਕ ਵਧੀਆ ਔਰ ਖੁਸ਼ਨੁਮਾ ਜਿਹੜੀ ਜ਼ਿੰਦਗੀ ਹੈ ਉਹਨੂੰ ਜ਼ਰੂਰ ਜੀਣਗੇ। ਸੋ ਬਹੁਤ ਬਹੁਤ ਧੰਨਵਾਦ ਸੰਦੀਪ ਜੀ। ਇੱਕ ਚੀਜ਼ ਐਡ ਕਰਨਾ ਚਾਹੂੰਗੀ ਜੋ ਕਿ ਬਹੁਤ ਜ਼ਰੂਰੀ ਹੈ ਕਿ ਆਪਣੀ ਜਿਹੜੀ ਸੋਚ ਹੈ ਉਹ ਪੋਜ਼ਿਟਿਵ ਰੱਖੀਏ। ਸਾਨੂੰ ਪਰਮਾਤਮਾ ਨੇ ਬਹੁਤ ਨਿਆਮਤਾਂ ਦਿੱਤੀਆਂ, ਉਹਦੀਆਂ ਨਿਆਮਤਾਂ ਨੂੰ ਅਸੀਂ ਯਾਦ ਰੱਖੀਏ, ਉਹਦਾ ਭਾਣਾ ਮੰਨੀਏ। ਔਰ ਕੋਈ ਵੀ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਬੁਰਾ ਨਹੀਂ ਸੋਚਦਾ, ਇਸੇ ਤਰ੍ਹਾਂ ਉਹ ਪਰਮਾਤਮਾ ਉਹ ਕਿਸੇ ਦਾ ਵੀ ਬੁਰਾ ਨਹੀਂ ਸੋਚਦਾ। ਸੋ ਅਸੀਂ ਇੱਕ ਆਤਮ ਸਮਰਪਣ ਕਰੀਏ, ਅਰਦਾਸ ਵੀ ਕਰੀਏ ਔਰ ਅਸੀਂ ਇਹ ਸੋਚੀਏ ਕਿ ਜੋ ਵੀ ਕਰੇਗਾ। ਇਹਦੇ ਤੇ ਮੈਂ ਬਹੁਤ ਜ਼ਿਆਦਾ ਕੁਝ ਕਹਿਣਾ ਚਾਹੁੰਦੀ ਸੀ ਕਿਉਂਕਿ ਸਮੇਂ ਦੀ ਘਾਟ ਹੈ, ਹੁਣ ਮੈਂ ਬਹੁਤ ਜ਼ਿਆਦਾ ਨਹੀਂ ਬੋਲ ਰਹੀ, ਪਰ ਵਾਈਂਡ ਅਪ ਕਰ ਰਹੀ ਹਾਂ। ਜ਼ਰੂਰ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ, ਸਰੋਤਿਆਂ ਦੇ ਰੂਬਰੂ ਕਰਾਂਗੇ ਤੇ ਬਹੁਤ ਗੱਲਾਂ ਜਿਹੜੀਆਂ ਰਹਿ ਗਈਆਂ ਨੇ ਅਸੀਂ ਉਦੋਂ ਗੱਲਬਾਤ 'ਚ ਸ਼ਾਮਿਲ ਕਰਾਂਗੇ। ਪਰ ਅੱਜ ਦੇ ਲਈ ਮੈਂ ਮਾਫੀ ਚਾਹੂੰਗੀ, ਪਰ ਗੱਲਾਂ ਵਾਕਈ ਬਹੁਤ ਹੁੰਦੀਆਂ ਨੇ, ਪਰ ਗੱਲਬਾਤ ਉਹ ਵਾਕਈ ਬਹੁਤ